साहिब जी। थिर कर बैसो हर जन प्यारे, सतगुर तुमरे काज सवारे। दुष्ट दूत परमेश्वर मारे, जानकी पैज रखी करतारे। बादशाह शाह सब वस कर दीने, अमृत नाम महारस पीने। निरपौ होए भजो भगवान, साध संगत मिल कीनो दान। शरण परे प्रभ अंतरजामी, नानक ओट पकड़ी प्रभ स्वामी। शरण परे प्रभ अंतरजामी, नानक ओट पकड़ी प्रभ स्वामी। फिरत फिरत प्रभ आया, परया तो सरनाए। नानक की प्रभ बेनती, अपनी भगति लाए। सुखाओ होटल गुर सेविया, अहनस सहज सुभाए। दर्शन परसै गुरु का, जन्म मरण दुख वै सिफत खसम। नूर अरसों कुरसों चटिया, तुद डिठे सच्चे पातशाह। मल जन्म जन्म दी, तुद डिठे सच्चे पातशाह। मल जन्म जन्म दी कटिया। सतनाम श्री वाहिगुरु साहिब जीओ। सोही महला पंजवा। संतां के कारज आप खलोया, हर कम करावण आया राम। तरत सुहावी ताल सुहावा, विच अमृत जल छाया राम। अमृत जल छाया पूਰਨ साज कराया, सगल मनोरथ पूरे। जय जयकार भया जग अंतर, लाथे सगल विसूरे। पूरन पुरख चौथ अविनाशी, जस वेद पुराणी गाया। अपना बिरद रखिया परमेश्वर, नानक नाम ध्याया। संतां के कार्य आप खलोया, हर कम करावण आया राम। वाहिगुरु जी का खालसा, वाहिगुरु जी की फतेह। जुगो जुग अटल अतत पावन सतगुरु गरीब नवाज।
ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਇਹ ਸੁਭਾਗਾ ਸਮਾਂ ਬਖਸ਼ਿਸ਼ ਕਰਦਿਆਂ ਹੋਇਆਂ ਗੁਰਬਾਣੀ ਦੇ ਨਿਤਨੇਮ, ਗੁਰਬਾਣੀ ਦੇ ਕੀਰਤਨ ਦੀਆਂ ਦਾਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਬਚਨ ਹਨ। ਇਹ ਜੋ ਬਾਣੀ ਹੈ ਨਿਰੰਕਾਰ ਪਰਮੇਸ਼ਰ ਦਾ ਰੂਪ ਹੈ। ਐਸੀ ਬਾਣੀ ਸਰਵਨ ਕਰਨ ਵਾਸਤੇ ਆਪ ਗੁਰੂ ਦਰਬਾਰ ਵਿੱਚ ਸੁਸ਼ੋਭਿਤ ਹੋਏ ਹੋ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਸ਼ਬਦ ਬਖਸ਼ਿਸ਼ ਕਰ ਰਹੇ ਨੇ। 783 ਅੰਗ ਦੇ ਉੱਪਰ ਇਹ ਸ਼ਬਦ ਮਹਾਰਾਜ ਜੀਆਂ ਨੇ ਸੁਭਾਏਮਾਨ ਕੀਤਾ ਹੈ, ਅੰਕਿਤ ਕੀਤਾ ਹੈ। ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਬਚਨ ਹੋਇਆ ਨਾ ਮਹਾਰਾਜ ਸਾਹਿਬ ਜੀਆਂ ਦਾ ਕਿ ਬਾਬਾ ਬੁੱਢਾ ਸਾਹਿਬ ਜੀ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਕੇ ਤੇ ਸੰਗਤਾਂ ਨੂੰ ਹੁਕਮ ਸਰਵਨ ਕਰਵਾਓ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮੁਖੋਂ ਜਿਹੜੇ ਬਚਨ ਸਭ ਤੋਂ ਪਹਿਲਾਂ ਸੰਗਤ ਨੇ ਸਰਵਨ ਕੀਤੇ, ਉਹ ਗੁਰਮੁਖੋ ਇਹੀ ਸ਼ਬਦ ਮਹਾਰਾਜ ਦੇ ਸਨ ਜਿਹੜੇ ਆਪਾਂ ਸਰਵਨ ਕਰ ਰਹੇ ਹਾਂ। ਸਭ ਤੋਂ ਪਹਿਲਾ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਭਾਵੇਂ ਕਿ ਉਦੋਂ ਗੁਰੂ ਗੱਦੀ ਨਹੀਂ ਮਿਲੀ ਹੈ, ਗੱਦੀ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਹੁਕਮਨਾਮਾ ਜਿਹੜਾ ਸੰਗਤ ਨੇ ਸਰਵਨ ਕੀਤਾ, ਉਹ ਇਹੋ ਹੀ ਹੈ ਜਿਹੜਾ ਆਪਾਂ ਸਰਵਨ ਕਰਨ ਜਾ ਰਹੇ ਹਾਂ। ਸਤਿਗੁਰੂ ਬਖਸ਼ਦੇ ਹਨ। ਸੰਤਾਂ ਕੇ ਕਾਰਜ ਆਪ ਖਲੋਇਆ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਸਾਰੀ ਸੰਗਤ ਨੂੰ ਉਸ ਵੇਲੇ ਸਰਵਨ ਕਰਵਾਏ। ਆਪਾਂ ਪਿੱਛੇ ਜੇ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਮਨਾਇਆ। ਇਹ ਉਸ ਦਿਨ ਇਹ ਬਚਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਜਦੋਂ ਸਰਵਨ ਕਰਵਾਏ, ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠੀ ਹੋਈ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਸੰਗਤ ਵਿੱਚ ਬੈਠੇ ਹੋਏ। ਉਸ ਵੇਲੇ ਇਹ ਬਚਨ ਜਿਹੜੇ ਸਾਨੂੰ ਸਰਵਨ ਕਰਨ ਵਾਸਤੇ ਪ੍ਰਾਪਤ ਹੋਏ ਸਨ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਐਸੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਗੁਰਮੁਖੋ ਇਹ ਸ਼ਬਦ ਮਹਾਰਾਜ ਨੇ ਉਸ ਵੇਲੇ ਉਚਾਰਨ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਤੇ ਪਾਤਸ਼ਾਹ ਜੀ ਆਪ ਇਹ ਸਾਰਾ ਨਿਗਰਾਨੀ ਦੇ ਵਿੱਚ ਇਹ ਸਾਰਾ ਕਾਰਜ ਵੇਖਦੇ ਪਏ। ਸੰਗਤਾਂ ਲੱਗੀਆਂ ਹੋਈਆਂ ਸੇਵਾ ਕਰਨ ਵਾਸਤੇ। ਗੁਰਮੁਖੋ ਜਿੱਥੇ ਹਰ ਕੀ ਪੌੜੀ ਹੈ ਨਾ, ਆਪਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਦੇ ਹਾਂ ਅਤੇ ਫਿਰ ਪਿਛਲੇ ਪਾਸੇ ਜਾ ਕੇ ਚੁੱਲ੍ਹਾ ਲਈਦਾ, ਜਲ ਲਈਦਾ, ਅੰਮ੍ਰਿਤ ਲਈਦਾ ਹੈ, ਉਸ ਨੂੰ ਹਰ ਕੀ ਪੌੜੀ ਕਿਹਾ ਜਾਂਦਾ ਹੈ। ਸੰਗਤਾਂ ਸੇਵਾ ਕਰਦੀਆਂ ਕਰਦੀਆਂ ਉਸ ਜਗ੍ਹਾ 'ਤੇ ਪਹੁੰਚ ਗਈਆਂ, ਪਰ ਜਦੋਂ ਉੱਥੋਂ ਮਿੱਟੀ ਪੱਟਣ ਲੱਗੇ ਤੇ ਮਿੱਟੀ ਪੱਟੀ ਨਾ ਜਾਵੇ। ਬੜੀ ਕਰੜੀ ਜਗ੍ਹਾ ਹੈ, ਸਖਤ ਜਗ੍ਹਾ ਹੈ, ਮਿੱਟੀ ਪੱਟਦੇ ਪੱਟੀ ਨਹੀਂ ਜਾ ਰਹੀ। ਜਿਹੜੀਆਂ ਕਈਆਂ ਹੱਥ ਵਿੱਚ ਫੜੀਆਂ ਹੋਈਆਂ, ਕਈਆਂ ਦੇ ਅੱਗੋਂ ਮੂੰਹ ਮੁੜਦੇ ਜਾ ਰਹੇ, ਪਰ ਮਿੱਟੀ ਨਹੀਂ ਪੱਟੀ ਜਾਂਦੀ ਹੈ। ਇਸੇ ਤਰ੍ਹਾਂ ਮਿੱਟੀ ਪੱਟਣ ਦੇ ਹੋਰ ਵੀ ਜਿਹੜੇ ਔਜ਼ਾਰ ਨੇ, ਖੈਂਤੀਆਂ ਵਗੈਰਾ, ਉਹ ਵੀ ਲਿਆਂਦੀਆਂ ਗਈਆਂ, ਉਹਨਾਂ ਨਾਲ ਵੀ ਪੱਟਣ ਦਾ ਯਤਨ ਕੀਤਾ, ਪਰ ਧਰਤੀ ਬੜੀ ਕਰੜੀ ਹੋਣ ਕਰਕੇ ਮਿੱਟੀ ਪੱਟੀ ਨਹੀਂ ਗਈ ਹੈ। ਸਾਰੀਆਂ ਸੰਗਤਾਂ ਨੇ ਜਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ, ਮਹਾਰਾਜ ਜੀ ਅਸੀਂ ਅੰਮ੍ਰਿਤ ਸਰੋਵਰ ਦੀ ਸੇਵਾ ਕਰਦੇ ਪਏ, ਪਰ ਇੱਕ ਜਗ੍ਹਾ ਇਹੋ ਜਿਹੀ ਆ ਗਈ ਹੈ, ਉੱਥੇ ਮਿੱਟੀ ਪੱਟੀ ਨਹੀਂ ਜਾਂਦੀ ਪਈ ਹੈ, ਆਪ ਜੀ ਕਿਰਪਾ ਕਰੋ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸੁਣਿਆ ਬਚਨ। ਸਤਿਗੁਰੂ ਕਹਿਣ ਲੱਗੇ, ਭਾਈ ਅੱਜ ਸੇਵਾ ਰਹਿਣ ਦਿਓ, ਜਿੱਥੇ ਸੇਵਾ ਕਰਦੇ ਪਏ ਅੱਜ ਸੇਵਾ ਬੰਦ ਕਰ ਦਿਓ।
ਪ੍ਰਸ਼ਾਦਾ ਪਾਣੀ ਛਕੋ, ਆਰਾਮ ਕਰੋ। ਕੱਲ੍ਹ ਨੂੰ ਜਦੋਂ ਦੀਵਾਨ ਦੀ ਸਮਾਪਤੀ ਹੋਵੇਗੀ ਫਿਰ ਆਪਾਂ ਇਹ ਸੇਵਾ ਸ਼ੁਰੂ ਕਰਾਂਗੇ। ਗੁਰਮੁਖੋ ਇਸੇ ਤਰ੍ਹਾਂ ਹੀ ਹੋਇਆ। ਜਦੋਂ ਅਗਲਾ ਦਿਨ ਚੜ੍ਹਿਆ ਨਾ ਤੇ ਸਤਿਗੁਰਾਂ ਨੇ ਦੀਵਾਨ ਸਜਾਇਆ। ਜੋ ਲਾਚੀ ਬੇਰ ਹੈ ਨਾ, ਦਰਬਾਰ ਸਾਹਿਬ ਦੇ ਵਿੱਚ 3 ਬੇਰਾਂ ਹਨ। ਇੱਕ ਬਾਬਾ ਬੁੱਢਾ ਸਾਹਿਬ ਦੀ ਬੇਰ ਹੈ, ਇੱਕ ਦੁੱਖ ਭੰਜਨੀ ਬੇਰ ਹੈ ਜਿੱਥੇ ਬੀਬੀ ਰਜਨੀ ਦਾ ਪਤੀ ਸਹੀ ਹੋਇਆ ਹੈ, ਇੱਕ ਲਾਚੀ ਬੇਰ ਹੈ। ਲਾਚੀ ਬੇਰ ਤਾਂ ਕਿਹਾ ਜਾਂਦਾ, ਉਹਦੇ ਬੇਰ ਨਿੱਕੇ ਨਿੱਕੇ ਲਾਚੀਆਂ ਵਰਗੇ ਬੜੇ ਸੁੰਦਰ, ਜਿੱਥੋਂ ਆਪਾਂ ਕੜਾਹ ਪ੍ਰਸਾਦ ਦੀ ਦੇਗ ਲੈਂਦੇ ਹਾਂ। ਇੱਥੇ ਮਹਾਰਾਜ ਬੈਠੇ ਹੋਏ, ਸੰਗਤਾਂ ਬੈਠੀਆਂ ਹੋਈਆਂ, ਕੀ ਵੇਖਦੇ ਪਏ ਕਿ ਉਹ ਜਿਹੜਾ ਕੜ ਕੱਲ੍ਹ ਨਹੀਂ ਸੀ ਨਾ ਟੁੱਟਦਾ ਪਿਆ, ਕਰੜੀ ਮਿੱਟੀ, ਕੁਝ ਸੰਗਤਾਂ ਉੱਥੇ ਮਿੱਟੀ ਪੱਟਦੀਆਂ ਪਈਆਂ, ਉੱਚੀ ਉੱਚੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਪਈਆਂ, ਟੋਕਰੇ ਭਰ ਭਰ ਲਈ ਜਾਂਦੀਆਂ। ਜਦੋਂ ਉਹਨਾਂ ਦੇ ਨਾਮ ਜਪਣ ਦੀ ਆਵਾਜ਼ ਸਤਿਗੁਰਾਂ ਦੇ ਕੰਨਾਂ ਵਿੱਚ ਪਈ, ਮਹਾਰਾਜ ਨੇ 2-4 ਸਿੱਖਾਂ ਨੂੰ ਭੇਜਿਆ। ਕਹਿਣ ਲੱਗੇ, ਜਾਓ ਭਾਈ, ਇਹ ਕਿਹੜੀ ਸੰਗਤ ਹੈ, ਕਿਹੜੇ ਇਲਾਕੇ 'ਚੋਂ ਆਈ ਹੈ, ਕਿਹੜੇ ਪਿੰਡ 'ਚੋਂ ਆਈ ਹੈ, ਜਿਹੜੀ ਇੰਨੇ ਜ਼ੋਰ ਦੇ ਨਾਲ ਸੇਵਾ ਕਰਦੀ ਔਰ ਨਾਮ ਜਪਦੀ ਪਈ ਹੈ, ਜਾਓ ਪਤਾ ਕਰਕੇ ਆਓ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜਿਸ ਵੇਲੇ 2 ਸਿੱਖ ਭੇਜੇ ਪਤਾ ਕਰਨ ਵਾਸਤੇ, ਸੰਗਤਾਂ ਨੂੰ ਜਾ ਕੇ ਪੁੱਛਦੇ, ਭਾਈ ਕਿਹੜੇ ਪਿੰਡੋਂ ਆਏ ਹੋ, ਕਿੱਥੋਂ ਆਏ ਹੋ? ਉਹਨਾਂ ਨੇ ਅੱਗੋਂ ਜਵਾਬ ਹੀ ਕੋਈ ਨਾ ਦਿੱਤਾ। ਉਹ ਸੇਵਾ ਵਿੱਚ ਲੱਗੇ ਹੋਏ ਤੇ ਉੱਚੀ ਉੱਚੀ ਨਾਮ ਜਪਦੇ ਪਏ। ਜਦੋਂ ਪੁੱਛਣ ਤੇ ਵੀ ਪਤਾ ਨਾ ਲੱਗਾ ਤੇ ਵਾਪਸ ਆ ਗਿਆ। ਕਹਿਣ ਲੱਗੇ, ਮਹਾਰਾਜ ਪੁੱਛਿਆ ਤੇ ਹੈ, ਪਰ ਉਹ ਦੱਸਦੇ ਕੋਈ ਨਹੀਂ ਵੀ ਅਸੀਂ ਆਏ ਕਿੱਥੋਂ ਹਾਂ, ਔਰ ਉੱਚੀ ਉੱਚੀ ਨਾਮ ਜਪਦੇ ਪਏ। ਉਹ ਆਪਣੀ ਮਸਤੀ ਵਿੱਚ ਲੱਗੇ ਹੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸੁਨੇ ਬਚਨ ਤੇ ਸਤਿਗੁਰਾਂ ਨੇ ਨੇਤਰ ਬੰਦ ਕਰਕੇ ਅੰਤਰ ਧਿਆਨ ਹੋ ਗਿਆ। ਮਹਾਰਾਜ ਵੇਖੀਏ ਸੰਗਤ ਕਿੱਥੋਂ ਆਈ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਤਰ ਧਿਆਨ ਹੋ ਕੇ ਵੇਖਣ ਲੱਗੇ ਤੇ ਕੀ ਵੇਖਦੇ ਪਏ, ਇਹ ਤੇ ਖੁਦ ਪਰਮੇਸ਼ਰ ਆ ਗਿਆ ਹੈ ਸੇਵਾ ਕਰਨ ਵਾਸਤੇ। ਨਾਲ ਦੇਵੀ ਦੇਵਤੇ, ਪੈਗੰਬਰ, ਰਿਸ਼ੀ ਮੁਨੀ, ਸਾਧੂ ਸੰਤ ਆ ਗਏ ਸੇਵਾ ਕਰਨ ਵਾਸਤੇ, ਤੇ ਸੇਵਾ ਉਹ ਕਰਦੇ ਪਏ ਹਨ। ਉਸ ਵੇਲੇ ਮਹਿਮਾ ਜਨਾਉਣ ਵਾਸਤੇ, ਪ੍ਰਗਟ ਕਰਨ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੇ ਫਿਰ ਇਹ ਸ਼ਬਦ ਉਚਾਰ ਕੇ ਸੰਗਤ ਵਿੱਚ ਮਹਿਮਾ ਦੱਸੀ ਕਿ ਗੁਰੂ ਕੀ ਸੰਗਤ ਇਹ ਕੋਈ ਆਮ ਲੋਕ ਨਹੀਂ ਸੰਸਾਰੀ, ਇਹ ਤੇ ਨਿਰੰਕਾਰੀ ਲੋਕ ਹਨ। ਆਪ ਹਰੀਹਰ ਪਰਮੇਸ਼ਰ ਆ ਗਏ ਸੇਵਾ ਕਰਨ ਵਾਸਤੇ, ਔਰ ਉਹਨਾਂ ਦੇ ਨਾਲ ਯੋਗਦਾਨ ਪਾਉਣ ਵਾਸਤੇ ਦੇਵਤੇ, ਪੈਗੰਬਰ, ਰਿਸ਼ੀ ਮੁਨੀ, ਸਾਧੂ ਸੰਤ ਉਹ ਵੀ ਗੁਪਤ ਰੂਪ ਵਿੱਚ ਆ ਕੇ ਸਾਰੇ ਸੇਵਾ ਕਰਦੇ ਪਏ। ਇਸ ਤਰ੍ਹਾਂ ਵੇਖ ਕੇ ਸੰਗਤ ਨੂੰ ਮਹਾਰਾਜ ਬਚਨ ਸੁਣਾਉਂਦੇ ਹਨ। ਸੰਤਾਂ ਕੇ ਕਾਰਜ ਆਪ ਖਲੋਇਆ। ਮਹਾਰਾਜ ਕਹਿਣ ਲੱਗੇ, ਜਿਹੜੇ ਸੰਤ ਹਨ, ਸੰਤ ਕੌਣ ਹਨ? ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਉਹਨਾਂ ਨੂੰ ਸੰਤ ਲਿਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਸੰਤ ਤੋਂ ਭਾਵ ਹੈ ਸ਼ਾਂਤ ਚਿੱਤ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਿਹੜੇ ਬੜੇ ਹੀ ਸ਼ਾਂਤ ਚਿੱਤ ਰਹਿੰਦੇ ਹਨ, ਉਹਨਾਂ ਦਾ ਇਹ ਕਾਰਜ ਹੈ ਅੰਮ੍ਰਿਤ ਸਰੋਵਰ ਬਣਾਉਣਾ, ਕਿਉਂਕਿ ਇਹ ਡਿਊਟੀ, ਇਹ ਜ਼ਿੰਮੇਵਾਰੀ ਉਹਨਾਂ ਦੀ ਲੱਗੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਭੇਜਿਆ, ਜਾਓ ਜਾ ਕੇ ਉਸ ਸਥਾਨ ਨੂੰ ਪ੍ਰਗਟ ਕਰੋ। ਔਰ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਬਣ ਕੇ ਪ੍ਰਗਟ ਹੋਏ। ਗੁਰੂ ਰਾਮਦਾਸ ਮਹਾਰਾਜ ਜੀ ਸੱਚਖੰਡ ਜਾਣ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਹੁਕਮ ਕਰਕੇ ਗਏ ਵੀ ਇਹ ਸਰੋਵਰ ਦੀ ਸੇਵਾ ਮੁਕੰਮਲ ਕਰਨੀ ਹੈ। ਇਹ ਸਾਰੀ ਸੇਵਾ ਉਹਨਾਂ ਦੀ ਦੇਖ ਰੇਖ ਵਿੱਚ ਹੈ। ਇਸ ਕਰਕੇ ਸੰਤਾਂ ਕੇ ਕਾਰਜ ਆਪ ਖਲੋਇਆ। ਜਿਹੜੇ ਸੰਤ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਔਰ ਬੜੇ ਸ਼ਾਂਤ ਚਿੱਤ ਨੇ, ਉਹਨਾਂ ਦਾ ਕਾਰਜ ਕਰਨ ਵਾਸਤੇ, ਕੰਮ ਕਰਨ ਵਾਸਤੇ ਆਪ ਖਲੋਇਆ। ਹਰ ਜੋ ਹਰੀ ਹਰ ਪਰਮੇਸ਼ਰ ਹੈ, ਉਹ ਸੰਗਤ ਜੀ ਆਪ ਆ ਗਿਆ ਸੇਵਾ ਕਰਨ ਵਾਸਤੇ। ਇਹ ਕਿਸੇ ਨਗਰ ਦੀ ਸੰਗਤ ਨਹੀਂ ਹੈ, ਇਹ ਹਰੀ ਲੋਕ ਦੀ ਸੰਗਤ ਹੈ ਜੋ ਸੇਵਾ ਕਰਨ ਵਾਸਤੇ ਆਏ ਹਨ। ਹਰ ਕੰਮ ਕਰਾਵਣ ਆਇਆ ਰਾਮ। ਅਤੇ ਇਸੇ ਤਰ੍ਹਾਂ ਇਹ ਹਰ ਤੋਂ ਭਾਵ ਹੈ ਹਰ ਕੀ ਪੌੜੀ। ਸੰਗਤ ਨੇ ਕੱਲ ਬਚਨ ਕੀਤਾ ਸੀ ਨਾ ਮਹਾਰਾਜ, ਇੱਕ ਜਗ੍ਹਾ ਦੀ ਅਸੀਂ ਸੇਵਾ ਕਰਦੇ ਹਾਂ, ਉਹ ਮਿੱਟੀ ਬੜੀ ਕਰੜੀ ਹੈ, ਪੱਟੀ ਨਹੀਂ ਜਾ ਰਹੀ, ਬੜੀ ਸਖਤ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਜਗ੍ਹਾ ਹੀ ਹਰ ਕੀ ਪੌੜੀ ਦੀ ਹੈ, ਇੱਥੇ ਹਰੀ ਨੇ ਸੇਵਾ ਕੀਤੀ ਹੈ, ਇਸ ਕਰਕੇ ਇਹ ਜਗ੍ਹਾ ਵੀ ਹਰੀ ਦੀ ਬਣ ਗਈ ਹੈ, ਤਾਂ ਉਹਨੂੰ ਹਰ ਕੀ ਪੌੜੀ ਕਿਹਾ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਹਰ ਕੰਮ ਉਹ ਜਿਹੜਾ ਹਰੀ ਹਰ ਪਰਮੇਸ਼ਰ ਹੈ, ਹਰ ਕੀ ਪੌੜੀ ਦਾ ਕੰਮ ਕਰਨ ਵਾਸਤੇ ਉਹ ਆਪ ਆ ਕੇ ਸੇਵਾ ਵਿੱਚ ਲੱਗਾ ਹੈ।
ਜਾਂ ਇਸ ਤਰ੍ਹਾਂ ਕਹਿ ਲਈਏ ਹਰ ਕੰਮ ਕਰਾਵਨ ਆਇਆ ਰਾਮ। ਇਹ ਜਿਹੜੇ ਅੰਮ੍ਰਿਤ ਸਰੋਵਰ ਦੇ ਸਾਰੇ ਕੰਮ ਹਨ, ਇਹਨਾਂ ਕੰਮਾਂ ਨੂੰ ਕਰਨ ਵਾਸਤੇ ਉਹ ਹਰੀ ਪਰਮੇਸ਼ਰ ਆਪ ਆਪਣੇ ਸੇਵਕਾਂ ਦੇ ਨਾਲ ਆ ਕੇ ਸੇਵਾ ਕਰਦਾ ਹੈ, ਫਿਰ ਬਖਸ਼ਿਸ਼ ਕਰਦੇ ਹਨ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਗੁਰਮੁਖੋ ਹਰ ਤੋਂ ਭਾਵ ਲੈ ਲੈਣਾ ਹੈ ਜਲ, ਕਿਉਂਕਿ ਹਰ ਦਾ ਇੱਕ ਭਾਵ ਜਲ ਵੀ ਹੈ, ਪਾਣੀ ਵੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜੋ ਜਲ ਵਾਲਾ ਸਥਾਨ ਹੈ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਤਲਾਬ, ਤਾਲ ਕਹਿ ਦਿੰਦੇ ਹਾਂ, ਇਹ ਹਰੀ ਪਰਮਾਤਮਾ ਇਸ ਤਾਲ ਦਾ ਕੰਮ ਕਰਨ ਵਾਸਤੇ ਵੀ ਇੱਥੇ ਸਰੋਵਰ ਬਣਨਾ ਹੀ ਚਾਹੀਦਾ ਹੈ, ਸੰਗਤ ਦਾ ਬੜਾ ਭਲਾ ਹੋਵੇਗਾ, ਬੜਾ ਲਾਭ ਹੋਵੇਗਾ, ਇਹ ਕੰਮ ਕਰਾਉਣ ਵਾਸਤੇ ਉਹ ਰਾਮ ਪਰਮਾਤਮਾ ਆਪ ਸਰੋਵਰ ਦੇ ਕਾਰਜਾਂ ਨੂੰ ਕਰਨ ਵਾਸਤੇ ਪ੍ਰਗਟ ਹੋਏ ਹਨ। ਧਰਤ ਸੁਹਾਵੀ ਤਾਲ ਸੁਹਾਵਾ। ਇਹ ਅੰਮ੍ਰਿਤਸਰ ਦੀ ਜਿਹੜੀ ਧਰਤੀ ਹੈ, ਇਹ ਸਾਰੀ ਅੱਜ ਸ਼ੋਭਨੀਕ ਹੋ ਗਈ। ਪਰਮੇਸ਼ਰ ਨੇ ਚਰਨ ਪਾਏ ਇਸ ਧਰਤੀ ਤੇ ਆ ਕੇ। ਗੁਰਮੁਖੋ ਤਾਂ ਹੀ ਬਚਨ ਲਿਖਿਆ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਚਨ ਲਿਖਿਆ ਹੈ ਕਿ ਹਰਿਮੰਦਰ ਸਾਹਿਬ ਦੀ ਜਿਹੜੀ ਧਰਤੀ ਹੈ ਨਾ ਅੰਮ੍ਰਿਤਸਰ ਦੀ, ਸਾਰੀ ਦੁਨੀਆ ਵੇਖਣ ਤੋਂ ਮਗਰੋਂ ਇਸ ਤਰ੍ਹਾਂ ਦੀ ਧਰਤੀ ਕੋਈ ਹੈ ਹੀ ਨਹੀਂ ਹੈ, ਭਾਗਾਂ ਵਾਲੀ, ਕਰਮਾਂ ਵਾਲੀ। ਸਤਿਗੁਰਾਂ ਤੋਂ ਪੁੱਛਿਆ ਮਹਾਰਾਜ ਕਿਉਂ, ਕਾਰਨ ਕੀ ਹੈ? ਕਹਿੰਦੇ ਭਾਈ ਇਸ ਧਰਤੀ ਤੇ ਪ੍ਰਮਾਤਮਾ ਨੇ ਖੁਦ ਚਰਨ ਪਾਏ, ਪਰਮੇਸ਼ਰ ਨੇ ਆ ਕੇ, ਇਸ ਕਰਕੇ ਧਰਤ ਸੁਹਾਵੀ। ਇਹ ਅੰਮ੍ਰਿਤਸਰ ਦੀ ਜਿਹੜੀ ਧਰਤੀ ਹੈ ਗੁਰਮੁਖੋ ਬੜੀ ਸ਼ੋਭਨੀਕ ਹੈ। ਔਰ ਤਾਲ ਸੁਹਾਵਾ, ਇਹ ਜਿਹੜਾ ਤਾਲ ਦੀ ਸੇਵਾ ਅਸੀਂ ਕਰਦੇ ਪਏ ਤਲਾਬ ਦੀ, ਅੰਮ੍ਰਿਤ ਸਰੋਵਰ ਦੀ, ਇਹ ਵੀ ਭਾਈ ਸ਼ੋਭਨੀਕ ਹੈ, ਕਿਉਂਕਿ ਇਸ ਦੀ ਸੇਵਾ ਉਹ ਪਰਮੇਸ਼ਰ ਨੇ ਆਪ ਕੀਤੀ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸ ਸਰੋਵਰ ਦੇ ਵਿੱਚ ਅੰਮ੍ਰਿਤ ਜਲ ਭਰਿਆ ਹੋਇਆ ਹੈ, ਅੰਮ੍ਰਿਤ ਜਲ ਫੈਲਿਆ ਹੋਇਆ ਹੈ, ਕਿਉਂਕਿ ਇਸ ਅੰਮ੍ਰਿਤ ਵਿੱਚ ਸੰਗਤਾਂ ਇਸ਼ਨਾਨ ਕਰਿਆ ਕਰਨਗੀਆਂ। ਇਹ ਐਸਾ ਸੁੰਦਰ ਸਰੋਵਰ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਉਸ ਪ੍ਰਮਾਤਮਾ ਨੇ ਇਸ ਦੇ ਵਿੱਚ ਅੰਮ੍ਰਿਤ ਜਲ ਛਾਇਆ ਕਹੀਏ ਟਿਕਾਇਆ ਹੈ, ਉਹ ਅੰਮ੍ਰਿਤ ਇੱਥੇ ਟਿਕਾਇਆ ਹੈ। ਪ੍ਰਮਾਤਮਾ ਨੇ ਆਪ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਜੋ ਜਲ ਅੰਮ੍ਰਿਤ ਹੈ ਉਹ ਕਰਤੇ ਅਕਾਲ ਪੁਰਖ ਨੇ ਆਪ ਇੱਥੇ ਛਾਇਆ ਕਹੀਏ ਟਿਕਾਇਆ ਹੈ, ਔਰ ਪੂਰਨ ਸਾਜ ਕਰਾਇਆ। ਉਸ ਪੂਰਨ ਪਰਮੇਸ਼ਰ ਨੇ ਆਪ ਹੀ ਇਸ ਧਰਤੀ ਨੂੰ ਸਾਜ ਕਹੀਏ ਸਾਜਿਆ ਹੈ, ਐਸੀ ਬਖਸ਼ਿਸ਼ ਕੀਤੀ, ਐਸੀ ਰਹਿਮਤ ਕੀਤੀ ਹੈ। ਸਗਲ ਮਨੋਰਥ ਪੂਰੇ। ਔਰ ਸਾਡੇ ਮਨੋਰਥ ਜਿਹੜੇ ਹਨ ਉਹ ਪੂਰੇ ਹੋ ਗਏ, ਕਿਉਂਕਿ ਸਾਡਾ ਇਹ ਮਨੋਰਥ ਸੀ ਇਹ ਸਰੋਵਰ ਦੀ ਸੇਵਾ ਕਰਨੀ ਹੈ। ਹਰੀ ਹਰ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਇਹ ਸਾਡਾ ਮਨੋਰਥ ਪੂਰਾ ਕੀਤਾ ਹੈ। ਮਹਾਰਾਜ ਉਸ ਅੰਮ੍ਰਿਤ ਸਰੋਵਰ ਨੂੰ ਵਰ ਵੀ ਬਖਸ਼ਿਸ਼ ਕਰਦੇ ਪਏ। ਕਹਿਣ ਲੱਗੇ ਭਾਈ ਇਹ ਅੰਮ੍ਰਿਤ ਜਲ ਇਹ ਸਰੋਵਰ ਵਿੱਚ ਟਿਕਿਆ ਹੈ, ਜਿਹੜਾ ਵੀ ਇੱਥੇ ਆ ਕੇ ਇਸ਼ਨਾਨ ਕਰੇਗਾ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਣਗੇ। ਕਿਸ ਤਰ੍ਹਾਂ ਦਾ ਕੋਈ ਮਨੋਰਥ ਫੁਰਨਾ ਰਹੇਗਾ ਹੀ ਨਹੀਂ, ਐਸੀਆਂ ਦਾਤਾਂ ਹੋ ਜਾਣਗੀਆਂ। ਤਾਂ ਹੀ ਮਹਾਰਾਜ ਦਾ ਬਚਨ ਆਪਾਂ ਇਹ ਵਾਰ-ਵਾਰ ਪੜ੍ਹਦੇ ਹਾਂ ਵੀ ਇਸ ਵਰਗੀ ਧਰਤੀ ਕੋਈ ਹੈ ਹੀ ਨਹੀਂ ਹੈ। ਬਦਹੋ ਪੁਰਖ ਵਿਧਾਤਾ, ਜੋ ਫਲਬਰ ਦਾਤਾ ਪਰਮੇਸ਼ਰ ਹੈ, ਉਹਨੇ ਆਪ ਇਸ ਜਗ੍ਹਾ ਨੂੰ ਬਦਹੋ ਕਹੀਏ ਬਣਾਇਆ ਹੈ। ਬਦਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਗੁਰਮੁਖੋ ਇਸ ਨਗਰ ਦਾ ਪਹਿਲਾ ਨਾਮ ਰਾਮਦਾਸਪੁਰਾ, ਰਾਮਦਾਸਪੁਰਾ ਵੀ ਇਸ ਨੂੰ ਕਿਹਾ ਜਾਂਦਾ ਹੈ। ਕਹਿਣ ਲੱਗੇ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਕਸਮਲ ਜਾਹੇ ਨਾਇਐ ਰਾਮਦਾਸ ਸਰ। ਜਿਹੜਾ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦੇ ਸਮੂਹ ਪਾਪ ਨਾਸ ਹੋ ਜਾਣਗੇ, ਕਿਉਂਕਿ ਇੱਥੇ ਹਰ ਵੇਲੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ। ਐਸੀ ਧਰਤੀ ਤੇ ਇਸ਼ਨਾਨ ਕਰਨ ਵਾਲੇ ਦੇ ਸਾਰੇ ਮਨੋਰਥ ਪੂਰੇ ਹੁੰਦੇ ਹਨ। ਜੈ ਜੈਕਾਰ ਭਇਆ ਜਗ ਅੰਤਰ। ਸਾਰੇ ਸੰਸਾਰ ਵਿੱਚ ਜਦੋਂ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਹੋਈ ਹੈ ਨਾ, ਦੇਵਤੇ ਵੀ ਬੈਕੁੰਠ ਧਾਮ ਵਿੱਚ ਬੈਠੇ ਜੈ ਜੈਕਾਰ ਕਰਦੇ ਪਏ। ਇਸ ਧਰਤੀ ਦੇ ਉੱਪਰ ਵੀ ਸਾਧੂ ਸੰਤ ਜਿਹੜੇ ਰੱਬ ਦਾ ਨਾਮ ਜਪਣ ਵਾਲੇ ਉਹ ਵੀ ਜੈ ਜੈਕਾਰ ਕਰਦੇ ਹਨ। ਨਾਥੇ ਸਗਲ ਵਿਸੂਰੇ। ਸਾਰਿਆਂ ਦੇ ਵਸੂਰੇ ਕਹੀਏ ਝੋਰੇ ਖਤਮ ਹੋ ਗਏ। ਝੋਰਾ ਚਿੰਤਾ ਫਿਕਰ ਇਹ ਜਿਹੜੀ ਪਈ ਹੋਈ ਹੈ
ਇਹ ਕਹਿਣ ਲੱਗੇ ਝੋਰੇ ਫਿਕਰ ਸਾਰੇ ਖਤਮ ਹੋ ਜਾਂਦੇ ਹਨ। ਪੂਰਨ ਪੁਰਖ ਅਚੁੱਤ ਅਬਿਨਾਸੀ। ਉਹ ਜੋ ਪਰਮੇਸ਼ਰ ਹੈ ਗੁਰਮੁਖੋ ਪੂਰਨ ਪੁਰਖ ਹੈ। ਆਪਾਂ ਦੁਨੀਆ ਤੇ ਅਧੂਰੇ ਪੁਰਖ ਹਾਂ, ਸਾਡਾ ਕੰਮ ਕਦੇ ਵੀ ਕੋਈ ਪੂਰਾ ਨਹੀਂ ਹੁੰਦਾ ਹੈ, ਪਰ ਉਹ ਪ੍ਰਮਾਤਮਾ ਪੂਰਨ ਪੁਰਖ ਹੈ। ਉਹਦੇ ਸਾਰੇ ਕੰਮ ਹੀ ਜਿਹੜੇ ਨੇ ਉਹ ਮੁਕੰਮਲ ਹੀ ਹੁੰਦੇ, ਕੋਈ ਅਧੂਰਾ ਕੰਮ ਹੁੰਦਾ ਹੀ ਨਹੀਂ ਹੈ। ਉਸ ਨੂੰ ਪੂਰਨ ਪੁਰਖ ਆਖਿਆ ਹੈ। ਪੂਰਨ ਪੁਰਖ ਅਚੁੱਤ ਅਬਿਨਾਸੀ। ਅਚੁੱਤ ਕਿਹਾ ਜਾਂਦਾ ਜਿਸ ਨੂੰ ਆਪਾਂ ਕਹਿ ਦਿੰਦੇ ਅਗਿੜ, ਜਿਹੜਾ ਗੇੜੇ ਵਿੱਚ ਨਹੀਂ ਆਉਂਦਾ ਹੈ। ਲਾਟੂ ਮਧਾਣੀਆਂ ਨਗਾਹ ਪੰਖੀ ਭੌਂਦੀਆਂ ਲੈਣ ਨਾ ਸਾਹ, ਸੂਐ ਚਾੜ ਭੁਆਈਐ ਜੰਤ ਨਾਨਕ ਭੌਂਦਿਆਂ, ਗਣਤ ਨਾ ਅੰਤ। ਆਪਾਂ ਸਾਰੇ ਗੇੜੇ ਵਿੱਚ ਹਾਂ। ਇੱਕ ਜਨਮ ਤੋਂ ਦੂਜਾ ਗੇੜਾ, ਦੂਜੇ ਤੋਂ ਤੀਜਾ ਜਨਮ, ਉਹ ਗੇੜਾ ਬਣ ਗਿਆ। ਅਸੀਂ ਗੇੜਿਆਂ ਵਿੱਚ ਪਏ ਹੋਏ। ਪਰਮਾਤਮਾ ਗੇੜੇ ਵਿੱਚ ਨਹੀਂ ਆਉਂਦਾ ਹੈ, ਘੁੰਮਣ ਘੇਰੀ ਵਿੱਚ ਨਹੀਂ ਆਉਂਦਾ ਹੈ। ਉਹ ਪਰਮਾਤਮਾ ਜਿਹੜਾ ਹੈ ਉਹ ਜੰਮਣ ਮਰਨ ਤੋਂ ਰਹਿਤ ਹੈ। ਉਸ ਨੂੰ ਤਾਂ ਅਗੇੜ ਆਖਿਆ ਜਾਂਦਾ ਜਿਹੜਾ ਜੰਮੇ ਨਾ ਔਰ ਮਰੇ ਨਾ। ਉਸ ਨੂੰ ਮਹਾਰਾਜ ਨੇ ਲਿਖਿਆ ਅਚੁੱਤ। ਤੇ ਅਬਿਨਾਸੀ ਤੋਂ ਭਾਵ ਨਾਸ ਤੋਂ ਰਹਿਤ। ਪਰਮੇਸ਼ਰ ਦਾ ਕਦੇ ਨਾਸ ਨਹੀਂ ਹੁੰਦਾ ਹੈ। ਜਸ ਵੇਦ ਪੁਰਾਣੀ ਗਾਇਆ। ਉਸ ਪਰਮਾਤਮਾ ਦੇ ਜਸ ਨੂੰ ਵੇਦਾਂ ਨੇ, ਪੁਰਾਣਾਂ ਨੇ, ਸਿਮਰਤੀਆਂ ਨੇ, ਸ਼ਾਸਤਰਾਂ ਨੇ, ਪੁਰਾਣ ਨੇ, ਕੁਰਾਨ ਨੇ, ਸਾਰਿਆਂ ਨੇ ਉਹਦੇ ਜਸ ਨੂੰ ਕਹਿਣਾ ਕੀਤਾ ਹੈ। ਆਪਣਾ ਬਿਰਦ ਰੱਖਿਆ ਪਰਮੇਸ਼ਰ। ਉਸ ਪਰਮੇਸ਼ਰ ਨੇ ਇਹ ਆਪਣਾ ਜਿਹੜਾ ਬਿਰਦ ਹੈ, ਬਿਰਦ ਕੀ ਹੈ? ਪਤਿਤ ਪਾਵਨ ਭਗਤ ਵਚਲ ਕਿਰਪਾ ਨਿਧਾਨ। ਇਹ ਉਹਦਾ ਬਿਰਦ ਹੈ। ਆਪਣੇ ਬਿਰਦ ਦੀ ਉਹ ਪਾਲਣਾ ਆਪ ਹੀ ਕਰਦਾ ਹੈ। ਐਸੀਆਂ ਬਖਸ਼ਿਸ਼ਾਂ ਹੁੰਦੀਆਂ ਹਨ। ਨਾਨਕ ਨਾਮ ਧਿਆਇਆ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਨਾਮ ਧਿਆਇਆ ਹੈ ਉਹਨਾਂ ਦੀ ਉਹ ਰੱਖਿਆ ਵੀ ਆਪ ਕਰਦਾ ਹੈ, ਉਹਨਾਂ ਦੇ ਬਿਰਦ ਦੀ ਉਹ ਪਾਲਣਾ ਕਰਦਾ ਹੈ। ਇਸੇ ਸ਼ਬਦ ਨੂੰ ਮਹਾਰਾਜ ਸਾਹਿਬ ਜੀ ਫਿਰ ਸ਼ੁਰੂ ਤੋਂ ਬਖਸ਼ਿਸ਼ ਕਰਕੇ ਸਾਨੂੰ ਸਮਝਾਉਂਦੇ ਹਨ। ਸੰਤਾਂ ਕੇ ਕਾਰਜ ਆਪ ਖਲੋਇਆ। ਮਹਾਰਾਜ ਕਹਿਣ ਲੱਗੇ ਜਿਹੜੇ ਸੰਤ ਨੇ ਨਾ, ਸਾਧੂ ਭਾਈ ਨਾਮ ਜਪਣ ਵਾਲੇ, ਉਹਨਾਂ ਦੇ ਕਾਰਜਾਂ ਵਿੱਚ ਉਹ ਆਪ ਖੜ ਜਾਂਦਾ ਹੈ। ਹਰ ਕੰਮ ਕਰਾਵਣ ਆਇਆ ਰਾਮ। ਗੁਰਮੁਖੋ ਜਿਵੇਂ ਵੱਡੇ ਵੱਡੇ ਭਗਤਾਂ ਦੀਆਂ ਸਾਖੀਆਂ ਆਪਾਂ ਸਰਵਣ ਕਰੀਏ, ਭਗਤ ਨਾਮਦੇਵ ਨੂੰ ਕਿਸੇ ਨੇ ਆਖਿਆ ਗਊ ਜਿਉਂਦੀ ਕਰ ਦਿਓ ਨਹੀਂ ਤੇ ਤੁਹਾਨੂੰ ਮਾਰ ਦੇਵਾਂ। ਪਰਮੇਸ਼ਰ ਜੀ ਆਏ, ਗਊ ਜਿਉਂਦੀ ਕੀਤੀ ਹੈ, ਭਗਤ ਦੀ ਰੱਖਿਆ ਕਰ ਦਿੱਤੇ। ਸੋ ਇਸ ਤਰ੍ਹਾਂ ਦੀਆਂ ਕਈ ਸਾਖੀਆਂ ਹਨ। ਕਹਿਣ ਲੱਗੇ ਸੰਤਾਂ ਕੇ ਕਾਰਜ ਆਪ ਖਲੋਇਆ। ਐਸੇ ਜਿਹੜੇ ਸੰਤ ਭਗਤ ਨੇ, ਭਗਤ ਨਾਮਦੇਵ ਜੀ ਵਰਗੇ, ਭਗਤ ਕਬੀਰ ਸਾਹਿਬ ਜੀ ਵਰਗੇ, ਉਹਨਾਂ ਦੇ ਕਾਰਜਾਂ ਵਿੱਚ ਐਸੇ ਜਿਹੜੇ ਸੰਤ ਨੇ, ਭਗਤ ਪ੍ਰਹਿਲਾਦ ਜੀ ਵਰਗੇ, ਉਹਨੂੰ ਵੀ ਤੇ ਸੰਤ ਹੀ ਲਿਖਿਆ ਨਾ ਮਹਾਰਾਜ ਨੇ। ਉਹਨਾਂ ਦੇ ਕਾਰਜ ਕਰਨ ਵਾਸਤੇ, ਹਰਨਾਕਸ਼ ਨੂੰ ਮਾਰਨ ਵਾਸਤੇ ਉਹ ਆਪ ਆ ਜਾਂਦਾ ਹੈ। ਸੰਤਾਂ ਕੇ ਕਾਰਜ ਆਪ ਖਲੋਆ। ਐਸਿਆਂ ਭਗਤਾਂ ਗੁਰਮੁਖਾਂ ਦੇ ਕਾਰਜ ਉਹ ਆਪ ਪਰਮਾਤਮਾ ਕਰਦਾ ਹੈ। ਕੰਮ ਕਰਾਵਣ ਆਇਆ ਰਾਮ। ਸੰਤਾਂ ਦੇ ਜਿਹੜੇ ਸਾਧਨਾ ਰੂਪੀ ਕੰਮ ਹਨ, ਜਿਹੜਾ ਸੰਤ ਨੇ ਸਾਧਨਾ ਕਰਨੀ ਹੈ ਨਾ, ਚੌਂਕੜਾ ਮਾਰ ਕੇ ਬੈਠਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ, ਨਾਮ ਜਪਣਾ, ਇਹ ਸਾਧਨ ਹਨ। ਦੁਨੀਆ ਦੇ ਲੋਕ ਥੱਕ ਜਾਂਦੇ ਇਹਨਾਂ ਸਾਧਨਾ ਦੇ ਵੱਲੋਂ। ਨਹੀਂ ਉੱਠਿਆ ਜਾਂਦਾ ਅੰਮ੍ਰਿਤ ਵੇਲੇ, ਨਹੀਂ ਜਪਿਆ ਜਾਂਦਾ ਨਾਮ, ਨਹੀਂ ਬੰਦਗੀ ਹੁੰਦੀ ਹੈ। ਪਰ ਉਹ ਪਰਮਾਤਮਾ ਆਪਣੇ ਭਗਤਾਂ ਦੇ ਕੋਲੋਂ ਆਪ ਸਿਰ ਤੇ ਹੱਥ ਰੱਖ ਕੇ ਇਹ ਸਾਧਨਾ ਰੂਪੀ ਕੰਮ, ਜਪ ਤਪ ਰੂਪੀ ਕੰਮ ਕਰਵਾਉਂਦੇ ਹਨ। ਧਰਤ ਸੁਹਾਵੀ ਤਾਲ ਸੁਹਾਵਾ। ਗੁਰਮੁਖੋ ਇਹ ਜਿਹੜੀ ਸਤ ਸੰਗਤ ਹੈ, ਇਹ ਸਤ ਸੰਗਤ ਰੂਪੀ ਧਰਤੀ ਸ਼ੋਭਨੀਕ ਹੈ। ਜਿੱਥੇ ਆਪ ਜੀ ਬੈਠੇ ਹੋ ਨਾ, ਇਹ ਸੰਗਤ ਵਿੱਚ ਪਰਮੇਸ਼ਰ ਬਿਰਾਜਮਾਨ ਹੈ। ਇਸ ਕਰਕੇ ਇਹ ਸਤ ਸੰਗਤ ਰੂਪ ਧਰਤੀ ਸ਼ੋਭਨੀਕ ਹੈ ਭਾਈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਜਿਹੜੀ ਸੰਤਾਂ ਦੀ ਬੁੱਧੀ ਹੈ, ਜਿਹੜਾ ਸੰਤਾਂ ਦਾ ਕਹਿ ਲਈਏ ਮਤ ਹੈ, ਵਿਚਾਰ ਹੈ, ਉਹਦੇ ਵਿੱਚ ਪਰਮਾਤਮਾ ਵਸਿਆ ਹੋਇਆ। ਸੰਤਾਂ ਦੀ ਬੁੱਧੀ ਵਿੱਚ ਉਹ ਪਰਮਾਤਮਾ ਵਸਿਆ। ਇਸ ਕਰਕੇ ਉਹਨਾਂ ਦੀ ਬੁੱਧੀ ਜਿਹੜੀ ਅਕਲ ਹੈ ਉਹ ਵੀ ਭਾਈ ਸ਼ੋਭਨੀਕ ਹੈ। ਜਿਹ ਅੰਮ੍ਰਿਤ ਜਲ ਛਾਇਆ ਰਾਮ। ਅਤੇ ਇਸੇ ਤਰ੍ਹਾਂ ਜਿਹੜੇ ਸੰਤ ਸਾਧੂ ਹਨ, ਉਹਨਾਂ ਦੇ ਹਿਰਦੇ ਵਿੱਚ ਨਾਮ ਰੂਪੀ ਜਲ ਭਰਿਆ ਹੋਇਆ ਹੈ। ਸੰਤਾਂ ਦੇ ਹਿਰਦੇ ਵਿੱਚ ਨਾਮ ਪਰਿਪੂਰਨ ਹੋ ਰਿਹਾ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਸੰਤਾਂ ਦੇ ਹਿਰਦੇ ਵਿੱਚ ਅੰਮ੍ਰਿਤ ਜਲ ਛਾਇਆ ਹੈ, ਛਾਇਆ ਤੋਂ ਭਾਵ ਕਿ ਸਥਿਤ ਹੋਇਆ ਹੈ, ਨਾਮ ਅੰਮ੍ਰਿਤ ਜਿਨ੍ਹਾਂ ਦੇ ਹਿਰਦੇ ਵਿੱਚ ਟਿਕਿਆ ਹੈ, ਪੂਰਨ ਸਾਜ ਕਰਾਇਆ। ਸਾਧਨਾ ਦਾ ਪੂਰਨ ਸਾਧਨ, ਜਿਹੜੇ ਸਾਧਨ ਹਨ ਉਹਨਾਂ ਦਾ ਪੂਰਾ ਸਾਜ ਪਰਮਾਤਮਾ ਨੇ ਆਪ ਹੀ ਕਰਵਾਇਆ ਹੈ।
ਉਹਨਾਂ ਦੇ ਕਰਨ ਵਾਸਤੇ ਸਾਧਨ ਵੀ ਪ੍ਰਮਾਤਮਾ ਨੇ ਮੌਜੂਦ ਕਰ ਦਿੱਤੇ। ਜਿਹੜੇ ਜਿਹੜੇ ਸਾਧਨਾਂ ਦੀ ਲੋੜ ਹੈ ਉਹ ਸਾਰੇ ਪ੍ਰਮਾਤਮਾ ਆਪ ਪੂਰੇ ਕਰਦਾ ਹੈ। ਸਗਲ ਮਨੋਰਥ ਪੂਰੇ ਉਹਨਾਂ ਸੰਤਾਂ ਦੇ ਮਨ ਦੇ ਮਨੋਰਥ ਪੂਰੇ ਹੋ ਗਏ, ਮਨ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ, ਕਿਉਂਕਿ ਸੰਤ ਦੇ ਮਨ ਦਾ ਮਨੋਰਥ ਹੀ ਇਹ ਹੈ ਕਿ ਪ੍ਰਮਾਤਮਾ ਨੂੰ ਮਿਲਣਾ ਹੈ। ਇਹ ਮਨੋਰਥ ਉਹਨਾਂ ਦੇ ਪੂਰੇ ਹੋ ਜਾਂਦੇ ਹਨ। ਜੈ ਜੈਕਾਰ ਭਇਆ ਜਗ ਅੰਤਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਗੁਰਮੁਖਾਂ ਦੇ ਨਾਮ ਜਪਣ ਵਾਲਿਆਂ ਦੇ ਇਸ ਸੰਸਾਰ ਦੇ ਵਿੱਚ ਜੈ ਜੈਕਾਰ ਹੁੰਦੀ ਹੈ ਲਾਥੇ ਸਗਲ ਵਸੂਰੇ ਅਤੇ ਸਾਰੇ ਵਸੂਰੇ ਜਿਹੜੇ ਝੋਰੇ ਹਨ ਉਹ ਖਤਮ ਹੋ ਜਾਂਦੇ ਹਨ। ਪੂਰਨ ਪੁਰਖ ਚੋਤ ਅਬਨਾਸੀ। ਉਹ ਪ੍ਰਮਾਤਮਾ ਪੂਰਨ ਪੁਰਖ ਤੇ ਅਚੁੱਤ ਅਗਿੜ ਹੈ। ਜਸ ਵੇਦ ਪੁਰਾਣੀ ਗਾਇਆ। ਉਸ ਦੇ ਜਸ ਨੂੰ ਵੇਦਾਂ ਨੇ, ਪੁਰਾਣਾਂ ਨੇ, ਸਿਮਰਤੀਆਂ ਨੇ, ਸ਼ਾਸਤਰਾਂ ਨੇ, ਪੁਰਾਣ ਨੇ, ਕੁਰਾਨ ਨੇ, ਜਿੰਨੇ ਵੀ ਧਾਰਮਿਕ ਗ੍ਰੰਥ ਨੇ ਸਾਰੇ ਉਹਦੇ ਜਸ ਨੂੰ ਗਾਉਂਦੇ ਹਨ। ਆਪਣਾ ਬਿਰਦ ਰੱਖਿਆ ਪਰਮੇਸ਼ਰ। ਉਹ ਜੋ ਪਰਮੇਸ਼ਰ ਹੈ ਆਪਣੇ ਭਗਤਾਂ ਦੀ ਜਿਹੜੀ ਰੱਖਿਆ ਕਰਨੀ ਇਹ ਉਹਦਾ ਬਿਰਦ ਹੈ। ਆਪਾਂ ਬਚਨ ਪੜ੍ਹਦੇ ਆ ਨਾ, ਭਗਤ ਵਛਲ ਪਤਤ ਪਾਵਨ ਭਗਤ ਵਛਲ, ਪਾਪੀਆਂ ਨੂੰ ਪਵਿੱਤਰ ਕਰਨਾ ਇਹ ਉਹਦਾ ਬਿਰਦ ਹੈ। ਭਗਤ ਵਛਲ ਭਗਤਾਂ ਨੂੰ ਪਿਆਰ ਕਰਨਾ ਇਹ ਵੀ ਉਹਦਾ ਬਿਰਦ ਹੈ। ਉਹ ਪ੍ਰਮਾਤਮਾ ਆਪਣਾ ਬਿਰਦ ਰੱਖਿਆ ਪਰਮੇਸ਼ਰ। ਉਸ ਪਰਮੇਸ਼ਰ ਨੇ ਭਗਤਾਂ ਦੀ ਰੱਖਿਆ ਕਰਨ ਰੂਪ ਜਿਹੜਾ ਆਪਣਾ ਬਿਰਦ ਹੈ ਨਾ ਉਸ ਦੀ ਉਹ ਆਪ ਰਾਖੀ ਕਰਦਾ, ਪਾਲਣਾ ਕਰਦਾ ਹੈ। ਨਾਮ ਧਿਆਇਆ। ਗੁਰਮੁਖ ਜਿਹੜੇ ਨੇ ਉਹਦਾ ਨਾਮ ਧਿਆ ਕੇ, ਨਾਮ ਜਪ ਕੇ ਆਪਣੇ ਜਨਮ ਨੂੰ ਸਫਲਾ ਕਰਦੇ ਹਨ। ਨਾਮ ਨਿਰਦ ਰਿਦ ਸਿੱਧ ਰਿਦ ਦੀਨੇ ਕਰਤੇ ਧੋਟ ਨ ਆਵੇ ਕਾਈ ਰਾਮ। ਮਹਾਰਾਜ ਕਹਿਣ ਲੱਗੇ ਨਵ ਨਿਧ ਸਿੱਧ ਰਿੱਧ ਦੀਨੇ ਕਰਤੇ। ਉਹ ਜਿਹੜਾ ਕਰਤਾ ਅਕਾਲ ਪੁਰਖ ਹੈ ਉਸਨੇ 9 ਨਿਧੀਆਂ ਰਿਧੀਆਂ ਸਿੱਧੀਆਂ ਇਹ ਜਿੰਨੀਆਂ ਵੀ ਦਾਤਾਂ ਹਨ ਕਰਤੇ ਅਕਾਲ ਪੁਰਖ ਨੇ ਆਪ ਦਿੱਤੀਆਂ ਹੋਈਆਂ, ਬਖਸ਼ਿਸ਼ ਕੀਤੀਆਂ ਹਨ। ਟੋਟ ਨਾ ਆਵੇ ਕਾਈ ਰਾਮ। ਇਹਨਾਂ ਦੀ ਫਿਰ ਤੋਟ ਕਹੀਏ ਘਾਟ ਥੋੜ ਕਦੇ ਨਹੀਂ ਆਉਂਦੀ ਹੈ। ਅਸੀਂ ਦੁਨੀਆ ਵਿੱਚ ਜਿੰਨਾ ਮਰਜ਼ੀ ਪੈਸਾ ਕਮਾ ਲਈਏ, ਜਿੰਨੇ ਮਰਜ਼ੀ ਧਨ ਕਮਾ ਲਈਏ, ਜਿੰਨੀਆਂ ਮਰਜ਼ੀ ਵਸਤੂਆਂ ਕਮਾ ਕੇ ਇਕੱਠੀਆਂ ਕਰ ਲਈਏ, ਪਰ ਸਾਡੀਆਂ ਵਸਤੂਆਂ ਵਿੱਚ ਥੋੜ੍ਹਾ ਆ ਜਾਣੀ ਹੈ। ਅੱਜ ਨਹੀਂ ਤੇ ਕੱਲ੍ਹ ਮੁੱਕ ਜਾਣੀਆਂ, ਘਟ ਜਾਣੀਆਂ। ਪਰ ਜੋ ਪਰਮੇਸ਼ਰ ਹੈ ਉਹਦੀ ਵਸਤੂਆਂ ਵਿੱਚ ਥੋੜ੍ਹ ਨਹੀਂ ਕਦੇ ਆਉਂਦੀ, ਕਦੇ ਘਾਟਾ ਨਹੀਂ ਆਉਂਦਾ, ਸਗੋਂ ਬਹੁਤੀ ਤੋਂ ਬਹੁਤੀ ਵੱਧਦੀ ਹੈ। ਖਾਤ ਖਰਚਤ ਬਿਲਜਤ ਸੁਖ ਪਾਇਆ। ਗੁਰਮੁਖ ਆਪ ਵੀ ਖਾਂਦੇ ਨੇ, ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹ ਪ੍ਰਮਾਤਮਾ ਦੇ ਕੋਲੋਂ ਦਾਤਾਂ ਲੈ ਕੇ ਆਪ ਵੀ ਛਕਦੇ ਪਏ। ਖਰਚਤ ਦੂਜਿਆਂ ਦੇ ਉੱਪਰ ਖਰਚਦੇ ਵੀ ਪਏ। ਜੇ ਕੋਈ ਮੰਗ ਲਵੇ ਨਾ ਆ ਕੇ ਵੀ ਭਾਈ ਮੈਨੂੰ ਵੀ ਆਹ ਦਾਤ ਦੇ ਦਿਓ, ਕਹਿਣ ਲੱਗੇ ਲੈ ਭਾਈ ਤੂੰ ਵੀ ਲੈ ਜਾ ਇਹਦੇ ਵਿੱਚੋਂ, ਉਹ ਆਪ ਵੀ ਵਰਤਦੇ ਪ੍ਰਮਾਤਮਾ ਦੀਆਂ ਦਾਤਾਂ ਅਤੇ ਖਰਚਤ ਦੂਜਿਆਂ ਦੇ ਉੱਪਰ ਵੀ ਖਰਚਦੇ ਪਏ। ਬਿਲਸ਼ਤ ਤੋਂ ਭਾਵ ਹੁੰਦਾ ਜਿਹੜੇ ਆਮ ਖਾਸ ਲੋਕ ਨੇ, ਕੋਈ ਬਹੁਤਾ ਨੇੜੇ ਦਾ ਕੋਈ ਬਹੁਤਾ ਦੂਰ ਦਾ, ਜੇ ਉਹ ਵੀ ਆ ਕੇ ਆਖਦੇ ਵੇ ਨਾ ਮੇਰੇ ਤੇ ਵੀ ਮਿਹਰ ਕਰ ਦਿਓ, ਕਹਿਣ ਲੱਗੇ ਚਲੋ ਭਾਈ ਤੇਰੇ ਵੀ ਕਾਰਜ ਸਫਲੇ ਹੋ ਜਾਣਗੇ। ਇਸ ਤਰ੍ਹਾਂ ਨੇੜੇ ਵਾਲਿਆਂ ਤੇ ਦੂਰ ਵਾਲਿਆਂ ਤੇ ਸਾਗ ਸੰਬੰਧੀਆਂ ਤੇ ਔਰ ਆਪਣੇ ਉੱਪਰ ਪਰਮਾਤਮਾ ਦੇ ਦਿੱਤੀਆਂ ਹੋਈਆਂ ਵਸਤੂਆਂ ਨੂੰ ਖਰਚਦੇ ਹਨ। ਕਰਤੇ ਕੀ ਦਾਤ ਸਵਾਈ ਰਾਮ। ਉਹ ਜਿਹੜਾ ਕਰਤਾ ਅਕਾਲ ਪੁਰਖ ਹੈ ਉਹਨਾਂ ਦੀ ਦਾਤ ਜਿਹੜੀ ਉਹ ਸਵਾਈ ਕਹੀਏ ਬਹੁਤੀ ਹੈ। ਉਹਦੀਆਂ ਦਾਤਾਂ ਵਿੱਚ ਘਾਟਾ ਨਹੀਂ ਆਉਂਦਾ। ਸਵਾਈ ਤੋਂ ਭਾਵ ਬਹੁਤਾ ਹੁੰਦਾ ਹੈ, ਉਹਦੀਆਂ ਦਾਤਾਂ ਬਹੁਤੀਆਂ ਹਨ। ਦਾਤ ਸਵਾਈ ਨੇ ਖੁੱਟ ਨਾ ਜਾਈ। ਮਹਾਰਾਜ ਕਹਿਣ ਲੱਗੇ ਉਹਦੀਆਂ ਦਾਤਾਂ ਸਵਾਈਆਂ ਬਹੁਤੀਆਂ ਹਨ, ਕਦੇ ਮੁੱਕਦੀਆਂ ਨਹੀਂ ਹਨ। ਕਦੇ ਕੋਈ ਇਹ ਨਹੀਂ ਕਹਿ ਸਕਦਾ ਵੀ ਪ੍ਰਮਾਤਮਾ ਦੀਆਂ ਹੁਣ ਵਸਤੂਆਂ ਮੁੱਕ ਗਈਆਂ, ਪ੍ਰਮਾਤਮਾ ਵਿਹਲਾ ਹੋ ਗਿਆ। ਸਰਕਾਰਾਂ ਦੇ ਬਿਆਨ ਆ ਜਾਂਦੇ ਨੇ ਵੀ ਖਜ਼ਾਨਾ ਖਾਲੀ ਹੋ ਗਿਆ, ਅਸੀਂ ਦੇ ਕੁਝ ਨਹੀਂ ਸਕਦੇ, ਪਰ ਪ੍ਰਮਾਤਮਾ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੈ, ਉਹ ਸਦਾ ਭਰਿਆ ਰਹਿੰਦਾ ਹੈ। ਅੰਤਰ ਜਾਮੀ ਪਾਇਆ। ਗੁਰਮੁਖਾਂ ਨੇ ਨਾਮ ਜਪ ਕੇ ਅੰਤਰਜਾਮੀ ਪ੍ਰਮਾਤਮਾ ਨੂੰ ਪਾਲਿਆ ਹੈ, ਪ੍ਰਾਪਤ ਕੀਤਾ ਹੈ। ਕੋਟ ਬਿਗਨ ਸਗਲੇ ਉਠ ਨਾਠੇ। ਗੁਰਮੁਖੋ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੇ ਕਰੋੜਾਂ ਵਿਘਨ ਉੱਠ ਕੇ ਭੱਜ ਹੀ ਜਾਂਦੇ। ਆਪਾਂ ਆਖਦੇ ਨਾ ਮੇਰੇ ਕੰਮ ਦੇ ਵਿੱਚ ਵਿਘਨ ਪੈ ਗਿਆ, ਹਾਏ ਹਾਏ ਮੈਂ ਕੀ ਕਰਾਂ। ਸਾਡੇ ਕੰਮ ਵਿੱਚ ਇੱਕ ਰੁਕਾਵਟ ਪੈ ਜਾਂਦੀ, ਅਸੀਂ ਦੁਖੀ ਹੋ ਗਏ। ਨਾਮ ਜਪਣ ਵਾਲਿਆਂ ਦੇ ਕਰੋੜਾਂ ਹੀ ਵਿਘਨ ਭੱਜ ਹੀ ਜਾਂਦੇ, ਉਹਨਾਂ ਨੂੰ ਵੇਖ ਕੇ ਪਰੇ ਹੀ ਚਲੇ ਜਾਂਦੇ, ਦੂਰ ਚਲੇ ਜਾਂਦੇ। ਨਾਮ ਜਪਣ ਵਾਲੇ ਦੇ ਰਸਤੇ ਵਿੱਚ ਕੋਈ ਵਿਘਨ ਨਹੀਂ ਆਉਂਦਾ ਹੈ, ਕਿਉਂਕਿ ਵਿਘਨ ਵਿਨਾਸ਼ਨ ਸਭ ਦੁੱਖ ਨਾਸਨ ਸਤਿਗੁਰ ਨਾਮ
ਗੁਰੂ ਨੇ ਨਾਮ ਹੀ ਇਹੋ ਜਿਹਾ ਬਖਸ਼ਿਸ਼ ਕੀਤਾ ਹੈ ਕਿ ਵਿਘਨ ਨੇੜੇ ਨਹੀਂ ਆਉਂਦਾ, ਭੱਜ ਹੀ ਜਾਂਦਾ ਕਿਸੇ ਬੰਨੇ, ਫਿਰ ਬਖਸ਼ਦੇ ਹਨ। ਕੋਟ ਬਿਗਨ ਸਗਲੇ ਉਠ ਨਾਠੇ। ਗੁਰਮੁਖੋ ਇਹ ਜਿਹੜੇ ਵਿਘਨ ਨੇ ਵਿਸ਼ਿਆਂ ਤੋਂ ਪੈਦਾ ਹੁੰਦੇ, ਵਿਕਾਰਾਂ ਤੋਂ। ਉਹਨਾਂ ਗੁਰਮੁਖਾਂ ਦੇ ਵਿਸ਼ੇ ਵਿਕਾਰ ਵੀ ਉੱਠ ਕੇ ਭੱਜ ਹੀ ਜਾਂਦੇ, ਵਿਸ਼ੇ ਵਿਕਾਰ ਵੀ ਉਹਨਾਂ ਦੇ ਕੋਲ ਰਹਿੰਦੇ ਨਹੀਂ, ਵਿਕਾਰ ਵੀ ਭੱਜ ਜਾਂਦੇ, ਵਿਸ਼ੇ ਵੀ ਭੱਜ ਗਏ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਉਹਨਾਂ ਦੇ ਵਿਘਨ ਵੀ ਭੱਜ ਜਾਂਦੇ ਹਨ, ਸਾਰੇ ਦੂਰ ਹੋ ਜਾਂਦੇ ਹਨ। ਦੁੱਖ ਨਾ ਨੇੜਾ ਆਇਆ। ਉਹਨਾਂ ਗੁਰਮੁਖਾਂ ਦੇ ਨੇੜੇ ਦੁੱਖ ਵੀ ਨਹੀਂ ਆਉਂਦਾ, ਦੁੱਖ ਵੀ ਸਾਰੇ ਪਰੇ ਚਲੇ ਜਾਂਦੇ ਹਨ। ਸ਼ਾਂਤ ਸਹਿਜ ਆਨੰਦ ਕਨੇਰੇ। ਸ਼ਾਂਤੀ ਇਤਿਆਦਿਕ ਸਹਿਜੇ ਹੀ ਕਨੇਰੇ ਬਹੁਤੇ ਆਨੰਦ ਪ੍ਰਾਪਤ ਹੁੰਦੇ ਹਨ। ਤੁਲਸੀ ਭੂਖ ਸਬਾਈ। ਸਾਰੀਆਂ ਭੁੱਖਾਂ ਉਹਨਾਂ ਦੀਆਂ ਨਾਸ ਹੋ ਜਾਂਦੀਆਂ ਹਨ। ਨਾਨਕ ਗੁਣ ਗਾਵੇ ਸੁਆਮੀ ਕੇ। ਮਹਾਰਾਜ ਕਹਿਣ ਲੱਗੇ ਜਿਹੜੇ ਸੁਆਮੀ ਅਕਾਲ ਪੁਰਖ ਦੇ ਗੁਣ ਗਾਉਂਦੇ ਹਨ, ਅਚਰਜ ਜਿਸ ਵਡਿਆਈ ਰਾਮ। ਉਸ ਪਰਮਾਤਮਾ ਦੀ ਵਡਿਆਈ ਵੀ ਅਚਰਜ ਹੈ, ਹੈਰਾਨ ਕਰਨ ਵਾਲੀ ਹੈ। ਪਰਮਾਤਮਾ ਇਹੋ ਜਿਹਾ ਸਮਰੱਥ ਹੈ, ਸਰਬੱਗ ਹੈ ਕਿ ਜਦੋਂ ਉਹਦੇ ਕੌਤਕ ਵੇਖੀ ਦੇ ਹੈਰਾਨ ਹੋ ਜਾਈਦਾ ਹੈ। ਐਸੀਆਂ ਉਹ ਬਖਸ਼ਿਸ਼ਾਂ ਕਰਨ ਵਾਲਾ ਹੈ। ਜਿਸ ਕਾ ਕਾਰਜ ਤਿਨ ਹੀ ਕੀਆ। ਮਹਾਰਾਜ ਕਹਿਣ ਲੱਗੇ ਜਿਸ ਦਾ ਇਹ ਕਾਰਜ ਸੀ ਨਾ ਪਰਮਾਤਮਾ ਦਾ ਅੰਮ੍ਰਿਤ ਸਰੋਵਰ ਬਣਾਉਣਾ, ਇਹ ਸੇਵਾ ਕਰਨੀ, ਉਸ ਪਰਮਾਤਮਾ ਨੇ ਆਪ ਹੀ ਆ ਕੇ ਸੰਗਤ ਦੇ ਰੂਪ ਦੇ ਵਿੱਚ ਇਹ ਸੇਵਾ ਕੀਤੀ ਹੈ। ਮਾਨਸ ਕਿਆ ਕਰੇ ਕਿਆ ਵਿਚਾਰਾ ਰਾਮ। ਮਹਾਰਾਜ ਕਹਿਣ ਲੱਗੇ ਮਾਨਸ ਕਿਆ ਵਿਚਾਰਾ ਰਾਮ, ਜਿਸ ਕਾ ਕਾਰਜ ਤਿਨਹੀ ਕੀਆ। ਮਾਨਸ ਕਿਆ ਵਿਚਾਰਾ ਰਾਮ, ਇਹ ਵਿਚਾਰਾ ਬੰਦਾ ਕੌਣ ਹੁੰਦਾ ਹੈ ਕਿ ਮੈਂ ਆਹ ਕੰਮ ਕਰ ਲਵਾਂ ਜਾਂ ਮੈਂ ਕਰ ਸਕਦਾ ਹਾਂ। ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ, ਨੱਕ ਨੱਥ ਖਸਮ ਹੱਥ, ਪਰਮਾਤਮਾ ਦੇ ਹੱਥ ਹੀ ਹੈ ਸਭ ਕੁਝ। ਜੇ ਉਹ ਚਾਹਵੇ ਤੇ ਹੋ ਸਕਦਾ, ਨਹੀਂ ਚਾਹਵੇ ਤੇ ਨਹੀਂ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਜਿਸ ਕਾ ਕਾਰਜ, ਜਿਹਦਾ ਕੰਮ ਹੈ ਪਰਮਾਤਮਾ ਦਾ ਅੰਮ੍ਰਿਤ ਸਰੋਵਰ ਦੀ ਸੇਵਾ ਕਰਾਉਣੀ ਹੈ, ਤਿਆਰ ਕਰਵਾਉਣਾ, ਤਿਨਹੀ ਕੀਆ। ਉਸ ਪਰਮੇਸ਼ਰ ਨੇ ਆਪ ਹੀ ਸੰਗਤ ਰੂਪ ਵਿੱਚ ਆ ਕੇ ਇਹ ਕਾਰਜ ਕੀਤਾ ਹੈ। ਸੰਗਤ ਨੇ ਆਖਿਆ ਨਾ ਮਹਾਰਾਜ ਸਾਡੇ ਕੋਲੋਂ ਮਿੱਟੀ ਨਹੀਂ ਪੱਟੀ ਜਾ ਰਹੀ, ਕੜ ਬੜਾ ਸਖਤ ਆ ਗਿਆ, ਮਿੱਟੀ ਬੜੀ ਕਰੜੀ ਆ ਗਈ ਹੈ, ਸੇਵਾ ਰੋਕ ਦਿੱਤੀ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਕੱਲ ਨੂੰ ਕਰਾਂਗੇ। ਅਗਲੇ ਦਿਨ ਪਰਮੇਸ਼ਰ ਆਪ ਭਗਤਾਂ ਦੇ ਨਾਲ ਮਿਲ ਕੇ ਸੇਵਾ ਕਰਨ ਵਾਸਤੇ ਆ ਗਿਆ। ਕਹਿਣ ਲੱਗੇ ਜਿਸ ਕਾ ਕਾਰਜ ਤਿਨਹੀ ਕੀਆ। ਮਾਨਸ ਕਿਆ ਵਿਚਾਰਾ ਰਾਮ, ਪਰਮਾਤਮਾ ਵਿਚਾਰਾ ਬੰਦਾ ਕੀ ਹੈ ਜਿਹੜਾ ਆਖੇ ਵੀ ਮੈਂ ਕੁਝ ਕਰ ਸਕਦਾ ਹਾਂ। ਨਹੀਂ, ਆਪਣੇ ਕਾਰਜ ਆਪ ਕਰਦੇ ਹੋ। ਭਗਤ ਸੋਹਨ ਹਰ ਕੇ ਗੁਣ ਗਾਵਾ। ਜਿਹੜੇ ਭਗਤ ਨੇ ਉਹ ਤੇਰੇ ਦਰ ਤੇ ਖਲੋਤੇ ਤੇਰੀ ਸੇਵਾ ਕਰਦਿਆਂ ਨਾਮ ਜਪਦਿਆਂ ਸੁਭਾ ਪਾਉਂਦੇ ਹਨ। ਸਦਾ ਕਰੇ ਜੈਕਾਰਾ ਰਾਮ। ਅਤੇ ਸਦਾ ਹੀ ਤੇਰੀ ਸਿਫਤ ਦੇ ਜਕਾਰੇ ਛੱਡਦੇ ਹਨ। ਗੁਣ ਗਾਏ ਗੋਬਿੰਦ ਆਨੰਦ ਉਪਜੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਗੋਬਿੰਦ ਦੇ ਗੁਣਾਂ ਨੂੰ ਗਾਉਂਦੇ ਹਨ ਉਹਨਾਂ ਦੇ ਅੰਦਰ ਆਨੰਦ ਹੀ ਆਨੰਦ ਪੈਦਾ ਹੁੰਦਾ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ, ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਗੁਰਮੁਖੋ ਇਹ ਜਿਹੜੇ ਆਨੰਦ ਹਨ ਇਹ ਗੁਣ ਗਾਏ ਗੋਬਿੰਦ, ਜਿਹੜਾ ਗੋਬਿੰਦ ਦੇ ਗੁਣਾਂ ਨੂੰ ਗਾਏਗਾ ਉਹਦੇ ਅੰਦਰ ਇਹ ਆਨੰਦ ਜਿਹੜੇ ਪੈਦਾ ਹੁੰਦੇ ਹਨ। ਸਾਧ ਸੰਗਤ ਸੰਗ ਬਣੀ। ਅਤੇ ਉਹਨਾਂ ਗੁਰਮੁਖਾਂ ਦੀ ਸਾਧ ਸੰਗਤ ਦੇ ਨਾਲ ਆ ਕੇ ਮਿਲਾਪ ਬਣਿਆ ਹੈ, ਸਾਧ ਸੰਗਤ ਵਿੱਚ ਆ ਕੇ ਉਹਨਾਂ ਦਾ ਬੈਠਣਾ ਬਣਿਆ ਹੈ, ਸਾਧ ਸੰਗਤ ਵਿੱਚ ਬੈਠ ਕੇ ਉਹਨਾਂ ਦਾ ਨਾਮ ਜਪਣਾ ਬਣਿਆ ਹੈ। ਉਹ ਗੁਰਮੁਖ ਇਸ ਤਰ੍ਹਾਂ ਸੰਗਤ ਵਿੱਚ ਬੈਠ ਕੇ ਜਪਦੇ ਹਨ। ਜਿਨ ਉਦਮ ਕੀਆ ਤਾਲ ਕੇਰਾ। ਜਿਨ੍ਹਾਂ ਸਤਿਗੁਰਾਂ ਨੇ ਇਸ ਤਾਲ ਸਰੋਵਰ ਬਣਾਉਣ ਦਾ ਉਦਮ ਕੀਤਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੋਲ ਜਿਹੜੀਆਂ ਸੰਗਤਾਂ ਹਨ ਬੀਬੀ ਰਜਨੀ ਜੀਆਂ ਨੂੰ ਲੈ ਕੇ ਪਹੁੰਚੀਆਂ, ਨਾਲ ਕੋੜਾ ਪਤੀ ਜਿਹੜਾ ਬਿਲਕੁਲ ਤੰਦਰੁਸਤ ਹੋ ਗਿਆ ਹੈ। ਸਤਿਗੁਰਾਂ ਨੂੰ ਜਾ ਕੇ ਬੇਨਤੀ ਕੀਤੀ ਮਹਾਰਾਜ ਜੀ ਇਹ ਸਾਰਾ ਵਾਕਿਆ ਵਾਪਰਿਆ ਹੈ। ਇੱਕ ਕੋੜੀ ਵਿਅਕਤੀ ਪਾਣੀ ਵਿੱਚ ਉਤਰਿਆ ਤਲਾਬ ਦੇ ਵਿੱਚ, ਉਹ ਤੰਦਰੁਸਤ ਹੋ ਗਿਆ ਹੈ, ਪਰ ਇਹ ਬੀਬੀ ਆਖਦੀ ਹੈ ਕਿ ਮੇਰਾ ਪਤੀ ਨਹੀਂ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਬੀਬੀ ਇਹ ਤੇਰਾ ਹੀ ਪਤੀ ਹੈ, ਤੇਰੇ ਸਤ ਸੰਤੋਖ ਨੂੰ ਭਾਗ ਲੱਗਾ ਹੈ, ਤੂੰ ਪ੍ਰਮਾਤਮਾ ਦੇ ਹੁਕਮ ਨੂੰ ਸ਼ੁਕਰ ਕਰਕੇ ਮੰਨਿਆ ਹੈ, ਪ੍ਰਮਾਤਮਾ ਨੇ ਭਾਗ ਲਾਇਆ ਹੈ, ਬਖਸ਼ਿਸ਼ਾਂ ਕੀਤੀਆਂ।
ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਭੇਜਿਆ ਗੋਇੰਦਵਾਲ ਦੀ ਧਰਤੀ ਤੋਂ। ਕਹਿਣ ਲੱਗੇ ਜਾਓ ਭਾਈ ਇਹਨਾਂ ਦੇ ਨਾਲ, ਜਿੱਥੇ ਉਹ ਸਥਾਨ ਹੈ ਉਹਨੂੰ ਜਾ ਕੇ ਪ੍ਰਗਟ ਕਰੋ। ਗੋਇੰਦਵਾਲ ਤੋਂ ਚੱਲੇ ਗੁਰੂ ਰਾਮਦਾਸ ਮਹਾਰਾਜ ਜੀ, ਜਾ ਕੇ ਉਸ ਸਥਾਨ ਨੂੰ ਪ੍ਰਗਟ ਕੀਤਾ। ਮਹਾਰਾਜ ਕਹਿਣ ਲੱਗੇ ਜਿਨ ਉਦਮ ਕੀਆ ਤਾਲ ਕੇਰਾ, ਜਿਸ ਗੁਰੂ ਅਮਰਦਾਸ ਮਹਾਰਾਜ ਨੇ ਤਾਲ ਬਣਾਉਣ ਦਾ ਉਦਮ ਕੀਤਾ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੇਜਿਆ ਵੇਖਣ ਵਾਸਤੇ, ਤਾਂ ਕਿ ਉਪਮਾ ਕਿਆ ਗਣੀ, ਉਸ ਗੁਰੂ ਅਮਰਦਾਸ ਮਹਾਰਾਜ ਦੀ ਭਾਈ ਕਿਹੜੀ ਕਿਹੜੀ ਉਪਮਾ ਕਹਿ ਕੇ ਗਾਈਏ, ਨਹੀਂ ਗਾ ਸਕਦੇ ਹਾਂ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਗੁਰਮੁਖੋ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਕਰਦਿਆਂ ਇਹ ਵੀ ਬਚਨ ਕਹਿਣਾ ਪਵੇਗਾ, ਸਤਿਗੁਰੂ ਇਹ ਤੁਹਾਡੀ ਕਿਰਪਾ ਹੋਈ ਹੈ ਜੋ ਸਾਨੂੰ ਅੰਮ੍ਰਿਤ ਸਰੋਵਰ ਪ੍ਰਾਪਤ ਹੋਇਆ ਹੈ। ਐਸੇ ਗੁਰੂ ਦੀ ਕਿਹੜੀ ਕਿਹੜੀ ਮਹਿਮਾ ਕਹਿ ਕੇ ਗਾਈਏ, ਐਸੀਆਂ ਬਖਸ਼ੀਆਂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤੀਆਂ। ਫਿਰ ਬਖਸ਼ਿਸ਼ ਕਰਦੇ ਹਨ। ਜਿਨ ਉਦਮ ਕੀਆ ਤਾਲ ਕੇਰਾ, ਇਸकी ਉਪਮਾ ਕਿਆ ਗਨੀ। ਸਤਿਗੁਰੂ ਕਹਿਣ ਲੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਨੇ ਉਦਮ ਕੀਤਾ ਹੈ ਔਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਹੁਕਮ ਲਾਇਆ ਵੀ ਇਹ ਸਰੋਵਰ ਨੂੰ ਮੁਕੰਮਲ ਕਰਨਾ ਹੈ ਸੰਗਤ ਵਾਸਤੇ। ਐਸੇ ਗੁਰੂ ਰਾਮਦਾਸ ਮਹਾਰਾਜ ਨੇ ਉਦਮ ਕੀਤਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਤੁਹਾਡੀ ਕਿਹੜੀ ਕਿਹੜੀ ਉਪਮਾ ਕਹਿ ਕੇ ਗਾਈਏ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਰਾਮਦਾਸ ਪਾਤਸ਼ਾਹ ਤੁਹਾਡੀ ਮਹਿਮਾ ਵੀ ਕਹੀ ਨਹੀਂ ਜਾ ਸਕਦੀ ਹੈ। ਐਸੀ ਆਪ ਜੀ ਮਹਿਮਾ ਦੇ ਮਾਲਕ ਹੋ, ਸੋ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਐਸੀ ਆਪ ਜੀ ਉਪਮਾ ਦੇ ਮਾਲਕ ਹੋ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਗੁਰੂ ਰਾਮਦਾਸ ਪਾਤਸ਼ਾਹ ਤੁਹਾਡੀ ਉਪਮਾ ਵੀ ਬੇਅੰਤ ਹੈ, ਜਿਨ੍ਹਾਂ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਆਪ ਆ ਕੇ। ਤੁਹਾਡੀ ਕਿਹੜੀ ਕਿਹੜੀ ਮਹਿਮਾ ਕਹਿ ਕੇ ਗਾਈਏ, ਨਹੀਂ ਗਾਈ ਨਹੀਂ ਜਾ ਸਕਦੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਜਿਨ ਉਦਮ ਕੀਆ ਤਾਲ ਕੇਰਾ, ਤਿਸकी ਉਪਮਾ ਕਿਆ ਗਨੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਜਿਸ ਪ੍ਰਮਾਤਮਾ ਪਰਮੇਸ਼ਰ ਨੇ ਉਦਮ ਕੀਤਾ, ਸੰਗਤ ਨੇ ਬਚਨ ਕੀਤਾ ਸੀ ਨਾ ਮਹਾਰਾਜ ਮਿੱਟੀ ਨਹੀਂ ਪੱਟੀ ਜਾ ਰਹੀ, ਬੜੀ ਕਰੜੀ ਆ ਗਈ ਹੈ। ਪਰਮੇਸ਼ਰ ਜੀ ਆਪ ਆ ਗਏ ਭਗਤਾਂ ਸੰਤਾਂ ਨੂੰ ਨਾਲ ਲੈ ਕੇ, ਚਲੋ ਭਾਈ ਸੇਵਾ ਕਰੀਏ। ਕਹਿਣ ਲੱਗੇ ਐਸੇ ਪਰਮੇਸ਼ਰ ਨੇ ਉਦਮ ਕੀਤਾ ਇਹ ਸੇਵਾ ਕਰਨ ਕਰਾਉਣ ਦੇ ਵਿੱਚ ਤਾਲ ਦੀ। ਐਸੇ ਪਰਮੇਸ਼ਰ ਦੀ ਉਪਮਾ ਕਿਹੜੀ ਕਿਹੜੀ ਕਹਿ ਕੇ ਗਾਈਏ ਭਾਈ। ਪਰਮੇਸ਼ਰ ਦੀ ਉਪਮਾ ਵੀ ਆਪਾਂ ਨਹੀਂ ਕਹਿ ਸਕਦੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਉਹ ਐਸਾ ਪਰਮੇਸ਼ਰ ਹੈ, ਉਹਦੀ ਭਾਈ ਕਿਹੜੀ ਮਹਿਮਾ ਕਿਹੜੀ ਉਪਮਾ ਕਹਿ ਕੇ ਗਾਈਏ, ਨਹੀਂ ਗਾ ਸਕਦੇ ਹਾਂ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਜਿਨ ਉਦਮ ਕੀਆ ਤਾਲ ਕੇਰਾ, ਤਿਸकी ਉਪਮਾ ਕਿਆ ਗਨੀ। ਗੁਰਮੁਖੋ ਵਿਦਵਾਨ ਜਨ ਗੁਰਮੁਖ ਜਨ ਇਹ ਬਚਨ ਕਰਦੇ ਨੇ। ਇੱਕ ਵਾਰੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨਾ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਸਮੇਤ ਇਸੇ ਜਗ੍ਹਾ ਦੇ ਉੱਪਰ ਹੀ ਹੈ ਜਿੱਥੇ ਅੰਮ੍ਰਿਤ ਸਰੋਵਰ ਆਪਾਂ ਆਖਦੇ ਹਾਂ, ਜਿੱਥੇ ਇਸ਼ਨਾਨ ਕਰਦੇ ਹਾਂ। ਸਤਿਗੁਰੂ ਜੀ ਬੇਰੀ ਦੀ ਛਾਂ ਥੱਲੇ ਬੈਠੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਇਹ ਬਚਨ ਤੇ ਕਈਆਂ ਜਗ੍ਹਾ ਤੇ ਵੀ ਆਇਆ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇੱਥੇ ਗੁਰੂ ਅੰਗਦ ਸਾਹਿਬ ਨੂੰ ਵੀ ਆ ਕੇ ਮਿਲਿਆ। ਤਾਂ ਹੀ ਆਪਾਂ ਬਚਨ ਕਰਦੇ ਨਾ ਵੀ 9 ਪਾਤਸ਼ਾਹੀਆਂ ਦੇ ਚਰਨ ਇਸ ਸਥਾਨ ਤੇ ਪਏ ਹੋਏ ਨੇ, ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ। ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਇੱਥੇ ਮੁਬਾਰਕ ਚਰਨ ਬਖਸ਼ਿਸ਼ ਕੀਤੇ। ਔਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਖਡੂਰ ਸਾਹਿਬ ਤੋਂ ਚੱਲ ਕੇ ਮਹਾਰਾਜ ਨੂੰ ਮਿਲਣ ਜਾਇਆ ਕਰਦੇ ਅਤੇ ਉੱਥੇ ਕਈ ਤਰ੍ਹਾਂ ਦੇ ਬਚਨ ਬਿਲਾਸ ਕਰਕੇ ਦਰਸ਼ਨ ਮੇਲੇ ਕਰਿਆ ਕਰਦੇ, ਫਿਰ ਵਾਪਸ ਆ ਜਾਇਆ ਕਰਦੇ। ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਪਹੁੰਚੇ, ਬੇਰੀਆਂ ਦੀ ਛਾਂ ਥੱਲੇ ਬੈਠੇ, ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਰਬਾਬ ਵਜਾਓ, ਸਾਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਓ। ਭਾਈ ਮਰਦਾਨਾ ਜੀ ਨੇ ਹੁਕਮ ਮੰਨਿਆ ਮਹਾਰਾਜ ਜੀਆਂ ਦਾ, ਗੁਰਬਾਣੀ ਦਾ ਸ਼ਬਦ ਸ਼ੁਰੂ ਕੀਤਾ। ਐਸੀ ਭਾਵਨਾ ਦੇ ਨਾਲ ਭਿੱਜ ਕੇ ਭਾਈ ਮਰਦਾਨਾ ਜੀ ਨੇ ਬੈਠ ਕੇ ਸ਼ਬਦ ਪੜ੍ਹਿਆ ਕਿ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਜਲ ਦਾ ਰੂਪ ਹੀ ਹੋ ਗਏ ਤੇ ਭਾਈ ਬਾਲਾ ਜੀ ਬੈਠੇ ਹੋਏ ਨੇਤਰ ਬੰਦ ਕਰਕੇ ਕੀਰਤਨ ਸਰਵਣ ਕਰਦੇ ਪਏ। ਜਦੋਂ ਸ਼ਬਦ ਦੀ ਸਮਾਪਤੀ ਹੋਈ, ਭਾਈ ਬਾਲਾ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਕੀ ਵੇਖਦੇ ਵੀ ਗੁਰੂ ਨਾਨਕ ਸਾਹਿਬ ਤੇ ਹੈ ਹੀ ਨਹੀਂ, ਅੰਮ੍ਰਿਤ ਜਲ ਉੱਥੇ ਪਿਆ ਹੋਇਆ ਹੈ। ਉਸ ਵੇਲੇ ਭਾਈ ਮਰਦਾਨਾ ਜੀ ਨੇ ਅਰਦਾਸ ਕੀਤੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ, ਮਹਾਰਾਜ ਜੀ ਆਪ ਜੀ ਪ੍ਰਗਟ ਹੋਵੋ,
ਦਰਸ਼ਨ ਬਖਸ਼ਿਸ਼ ਕਰੋ। ਆਪ ਤੇ ਅੰਮ੍ਰਿਤ ਰੂਪ ਹੋ ਕੇ ਇਸ ਜਲ ਦੇ ਵਿੱਚ ਸਮਾ ਗਏ ਹੋ। ਜਦੋਂ ਅਰਦਾਸ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪ੍ਰਗਟ ਹੋ ਗਿਆ, ਪ੍ਰਤੱਖ ਆ ਕੇ ਸਾਹਮਣੇ ਬੈਠ ਗਿਆ। ਉਹ ਜਿਹੜਾ ਅੰਮ੍ਰਿਤ ਜਲ ਮਹਾਰਾਜ ਨੇ ਪ੍ਰਗਟ ਕੀਤਾ, ਉਹ ਮਹਾਰਾਜ ਨੇ ਸਮੇਟ ਲਿਆ। ਉਸ ਵੇਲੇ ਭਾਈ ਬਾਲਾ ਜੀ ਨੇ ਬੇਨਤੀ ਕੀਤੀ, ਮਹਾਰਾਜ ਇਸ ਅੰਮ੍ਰਿਤ ਜਲ ਨੂੰ ਆਪ ਜੀ ਨੇ ਕਿਉਂ ਸਮੇਟਿਆ ਹੈ? ਰਹਿਣ ਦਿੰਦੇ, ਆਉਣ ਵਾਲੇ ਸਮੇਂ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ, ਉਹਨਾਂ ਦਾ ਭਲਾ ਹੋ ਜਾਂਦਾ, ਇੱਥੋਂ ਅੰਮ੍ਰਿਤ ਜਲ ਛਕ ਕੇ ਮੁਕਤ ਹੋ ਜਾਂਦੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਾ ਜੀ ਅਜੇ ਸਮਾਂ ਨਹੀਂ ਹੈ, ਅਸੀਂ ਚੌਥੇ ਰੂਪ ਦੇ ਵਿੱਚ ਆਵਾਂਗੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਰੂਪ ਲੈ ਕੇ ਉਦੋਂ ਇਸ ਜਗ੍ਹਾ ਨੂੰ ਪ੍ਰਗਟ ਕਰਾਂਗੇ। ਫਿਰ ਐਸਾ ਵੱਡਾ ਤਲਾਬ ਇੱਥੇ ਬਣੇਗਾ, ਇੱਥੇ ਬੇਅੰਤ ਸੰਗਤਾਂ ਇਸ਼ਨਾਨ ਕਰਿਆ ਕਰਨਗੀਆਂ, ਬੇਅੰਤ ਸੰਗਤਾਂ ਇੱਥੋਂ ਅੰਮ੍ਰਿਤ ਦੇ ਚੁੱਲ੍ਹੇ ਲਿਆ ਕਰਨਗੀਆਂ, ਬੇਅੰਤ ਸੰਗਤਾਂ ਦੇ ਇੱਥੇ ਪਾਪ ਕੱਟੇ ਜਾਇਆ ਕਰਨਗੇ ਔਰ ਬੇਅੰਤ ਸੰਗਤਾਂ ਇੱਥੇ ਮੁਕਤ ਹੋਇਆ ਕਰਨਗੇ। ਇੱਕ ਵਾਰੀ ਆਖੀਏ ਸਤਿਨਾਮ। ਐਸੀ ਮਹਾਰਾਜ ਸਾਹਿਬ ਜੀਆਂ ਨੇ ਉੱਥੇ ਬਖਸ਼ਿਸ਼ ਵਰਤਾਈ ਹੈ। ਸੋ ਇਹ ਵਰ ਦਿੱਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ। ਸਤਿਗੁਰੂ ਇੱਥੇ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਕਿ ਜਿਨ ਉਦਮ ਕੀਆ ਤਾਲ ਘੇਰਾ, ਜਿਸ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਉੱਥੇ ਬੈਠ ਕੇ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰਿਆ ਹੈ ਔਰ ਕੀਰਤਨ ਸਰਵਣ ਕਰਦਿਆਂ ਮਹਾਰਾਜ ਅੰਮ੍ਰਿਤ ਰੂਪੀ ਹੋ ਗਏ, ਤਿਸ ਕੀ ਉਪਮਾ ਕਿਆ ਗਣੀ। ਐਸੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਉਪਮਾ ਜਿਹੜੀ ਹੈ ਉਹ ਕਿਵੇਂ ਆਪਾਂ ਕਹਿ ਸਕਦੇ ਹਾਂ, ਕਿਵੇਂ ਗਾ ਸਕਦੇ ਹਾਂ? ਨਹੀਂ, ਗਾਈ ਨਹੀਂ ਜਾ ਸਕਦੀ। ਐਸੀ ਵੱਡੀ ਉਪਮਾ ਦੇ ਮਾਲਕ ਹਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ, ਐਸੇ ਸੁਆਮੀ ਹਨ। 68 ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ। ਸਤਿਗੁਰੂ ਕਹਿਣ ਲੱਗੇ 68 ਤੀਰਥਾਂ ਦੇ ਇਸ਼ਨਾਨ ਦਾ ਜਿਹੜਾ ਫਲ ਹੈ ਨਾ ਭਾਈ, ਇੱਕ ਪਾਸੇ ਤੇ ਵਾਰੀ-ਵਾਰੀ 68 ਤੀਰਥਾਂ ਤੇ ਜਾਣਾ ਪਵੇਗਾ, ਖਰਚਾ ਕਰਕੇ ਔਰ ਸਮਾਂ ਲਾ ਕੇ। ਸਾਰੇ ਤੀਰਥਾਂ ਦਾ ਇਸ਼ਨਾਨ ਹੁੰਦਾ ਹੀ ਨਹੀਂ, ਪਰ ਜੇ ਕੋਈ ਯਤਨ ਕਰਕੇ ਕਰ ਵੀ ਲਵੇ, ਕਈ ਸਾਲ ਲੱਗ ਜਾਣਗੇ ਔਰ ਬੜੀ ਮਿਹਨਤ ਲੱਗੇਗੀ। ਪਰ ਜਿਹੜਾ ਇੱਥੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇਗਾ, ਇੱਕੇ ਥਾਂ ਤੇ ਇਸ਼ਨਾਨ ਕੀਤਿਆਂ 68 ਤੀਰਥਾਂ ਦਾ ਫਲ ਮਿਲੇਗਾ। ਕਿਉਂਕਿ 68 ਤੀਰਥ ਜਿਹੜੇ ਨੇ ਇਸ ਅੰਮ੍ਰਿਤ ਸਰੋਵਰ ਦੀਆਂ ਪੌੜੀਆਂ ਤੇ ਆ ਕੇ ਨਿਵਾਸ ਕਰਦੇ ਹਨ। ਐਸੀ ਵੱਡੀ ਉਪਮਾ ਹੈ, ਐਸੀ ਵੱਡੀ ਮਹਿਮਾ ਹੈ। ਜਿਹੜੇ ਵੱਡੇ ਵੱਡੇ ਪਵਿੱਤਰ ਤੀਰਥ ਸਥਾਨ ਹਨ, ਆਪੋ ਆਪਣੀ ਜਗ੍ਹਾ ਛੱਡ ਕੇ ਉਹ ਵੀ ਅੰਮ੍ਰਿਤ ਸਰੋਵਰ ਵਿੱਚ ਹੀ ਜਾ ਕੇ ਸਮਾ ਗਏ। ਇੱਕ ਵੇਲੇ ਸੰਤਾਂ ਦੇ ਨਾਲ, ਸਾਧੂਆਂ ਦੇ ਨਾਲ ਕੁਝ ਸੰਗਤਾਂ ਤੁਰੀਆਂ ਜਾ ਰਹੀਆਂ, ਕੀ ਵੇਖਦੀਆਂ, ਕੋਈ ਬੜਾ ਵੱਡਾ ਧਾਰਮਿਕ ਸਥਾਨ ਹੈ, ਤੀਰਥ ਇਸ਼ਨਾਨ ਹੈ। ਉੱਥੇ ਬੀੜੀਆਂ ਤੇ ਸਿਗਟਾਂ ਪਈਆਂ ਹੋਈਆਂ। ਬਚਨ ਕੀਤਾ ਸੰਗਤਾਂ ਨੇ, ਕਹਿਣ ਲੱਗੇ ਜੀ ਇਹ ਧਾਰਮਿਕ ਸਥਾਨ ਤੇ ਵੇਖੋ ਕਿੰਨੀਆਂ ਬੀੜੀਆਂ ਸਿਗਟਾਂ, ਕਿੰਨਾ ਅਪਮਾਨ ਹੋ ਰਿਹਾ ਹੈ, ਨਰਾਦਰੀ ਹੋ ਰਹੀ ਹੈ। ਮਹਾਤਮਾ ਨੇ ਬਚਨ ਕੀਤਾ, ਗੁਰਮੁਖਾਂ ਨੇ ਕਹਿਣ ਲੱਗੇ ਭਾਈ ਤਾਂ ਹੀ ਕਲਯੁਗ ਦੇ ਵਿੱਚ ਜਿੰਨੇ ਵੀ ਤੀਰਥ ਹਨ ਇਸ ਧਰਤੀ ਦੇ, ਉਹ ਸਾਰੇ ਜਾ ਕੇ ਅੰਮ੍ਰਿਤ ਸਰੋਵਰ ਦੀਆਂ ਪੌੜੀਆਂ ਤੇ ਨਿਵਾਸ ਕਰਦੇ ਪਏ, ਕਿਉਂਕਿ ਉਸ ਤੋਂ ਵੱਡੀ ਜਗ੍ਹਾ ਔਰ ਪਵਿੱਤਰ ਜਗ੍ਹਾ ਇਹਨਾਂ ਵਾਸਤੇ ਕੋਈ ਨਹੀਂ ਹੈ। ਆਪੋ ਆਪਣੀਆਂ ਜਗ੍ਹਾ ਛੱਡ ਕੇ ਉੱਥੇ ਪਹੁੰਚ ਗਏ ਨੇ। ਐਸੀ ਵੱਡਾ ਬਚਨ ਉਹਨਾਂ ਨੇ ਕਰਕੇ ਸੰਗਤ ਨੂੰ ਸਮਝਾਇਆ। ਮਹਾਰਾਜ ਕਹਿਣ ਲੱਗੇ 68 ਤੀਰਥ, 68 ਤੀਰਥਾਂ ਦਾ ਇਸ਼ਨਾਨ ਕਰਨਾ। ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਜਿਹਨੇ ਇਸ਼ਨਾਨ ਕਰ ਲਿਆ, ਉਹਨੂੰ 68 ਤੀਰਥਾਂ ਦਾ ਫਲ, ਪੁੰਨ ਫਲ ਪ੍ਰਾਪਤ ਹੋਇਆ ਹੈ। ਅਤੇ ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਉਹ ਜਿਹੜੀ ਪੁੰਨਾਂ ਦੀ ਕਿਰਿਆ ਹੈ, ਉਹ ਪੁੰਨਾਂ ਦੀ ਕਿਰਿਆ ਵੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਪੁੰਨਾਂ ਦਾ ਕਾਰਨ ਆਪਾਂ ਕਹਿ ਲਈਏ, ਪੁੰਨ ਕਰਨ ਦਾ ਕਾਰਨ ਵੀ ਉਹਨਾਂ ਗੁਰਮੁਖਾਂ ਨੂੰ ਮਿਲਿਆ ਹੈ। ਮਹਾ ਨਿਰਮਲ ਚਾਰਾ, ਇਹ ਭਾਈ ਮਹਾ ਨਿਰਮਲ ਕਰਤੱਵ ਹੈ। ਇਹ ਸਭ ਤੋਂ ਵੱਡਾ ਕਰਤੱਵ ਹੈ, ਮਹਾ ਨਿਰਮਲ ਕਰਤੱਵ ਹੈ ਜਿਹੜਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਗੁਰਮੁਖੋ, ਜਦੋਂ ਕਿਤੇ ਸਮਾਂ ਮਿਲੇ ਨਾ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਣ ਦਾ, ਤੇ ਕਦੇ ਇਹ ਨਾ ਸੋਚਿਆ ਕਰੋ ਵੀ ਚੱਲ 5 ਇਸ਼ਨਾਨਾਂ ਕਰ ਲਈਏ ਤੇ ਮੱਥਾ ਟੇਕੀਏ ਤੇ ਪ੍ਰਸ਼ਾਦਾ ਛਕੀਏ ਤੇ ਚੱਲੀਏ, ਜਾਂ ਬਾਹਰੋਂ ਹੀ ਨਮਸਕਾਰ ਕਰ ਲਈਏ ਤੇ ਪ੍ਰਸ਼ਾਦਾ ਛਕ ਕੇ ਚੱਲੀਏ। ਨਹੀਂ, ਇਹ ਵੱਡੇ ਭਾਗ ਨੇ ਸਾਡੇ, ਕੋਈ ਪਿਛਲੇ ਜਨਮਾਂ ਦੇ ਬਹੁਤੇ ਵੱਡੇ ਕਰਮ ਨੇ ਜੋ ਸਾਨੂੰ ਐਸਾ ਸਥਾਨ ਪ੍ਰਾਪਤ ਹੋਇਆ ਹੈ। ਜਦੋਂ ਵੀ ਜਾਣ ਦਾ ਸਮਾਂ ਮਿਲੇ ਇਸ਼ਨਾਨ ਉਸ ਵੇਲੇ ਕਰਨਾ, ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਫਿਰ ਨਮਸਕਾਰ ਕਰਨੀ ਹੈ। ਐਸਾ ਇਹ ਵੱਡਾ ਭਾਗਾਂ ਵਾਲਾ ਕਾਰਜ ਕਦੇ ਛੱਡਣਾ ਨਹੀਂ ਹੈ, ਕਿਉਂਕਿ ਗੁਰੂ ਪਾਤਸ਼ਾਹ ਬਖਸ਼ਿਸ਼ਾਂ ਕਰਦੇ। ਕਈ ਵਾਰੀ ਕੁਝ ਸੰਗਤਾਂ, ਪਿੱਛੇ ਜਿਹੇ ਵੀਡੀਓ ਵੀ ਆਪਾਂ ਇੱਕ ਵੇਖੀ ਹੈ, ਕੁਝ ਲੋਕ ਐਸੇ ਉਹ ਸੰਗਤ ਨੂੰ ਧੱਕੇ ਮਾਰ ਕੇ ਵਿੱਚੋਂ ਦੀ ਛੇਤੀ ਨਾਲ ਅੱਗੇ ਜਾਣ ਦਾ ਯਤਨ ਕਰਦੇ।
ਜਾਂ ਜਿਹੜਾ ਰਸਤਾ ਬਾਹਰ ਆਉਣ ਦਾ ਪ੍ਰਸ਼ਾਦ ਲੈ ਕੇ ਉਧਰ ਦੀ ਬਹਾਨਾ ਲਾ ਕੇ ਕਿ ਮੈਂ ਠੀਕ ਨਹੀਂ ਹਾਂ, ਸਾਡਾ ਬੱਚਾ ਅੰਦਰ ਰਹਿ ਗਿਆ ਹੈ, ਇਸ ਤਰ੍ਹਾਂ ਦਾ ਝੂਠ ਬੋਲ ਕੇ ਅੰਦਰ ਜਾਣ ਦਾ ਯਤਨ ਕਰਨਾ, ਐਸਾ ਕਰਮ ਨਹੀਂ ਕਰਨਾ ਚਾਹੀਦਾ। ਐਸੇ ਵੱਡੇ ਸਥਾਨ 'ਤੇ ਜੇ ਦਰਸ਼ਨ ਕਰਨ ਵਾਸਤੇ ਗਏ ਹੋ, ਆਪਾਂ ਵੈਸੇ ਵੀ ਤੇ ਖੜ੍ਹਦੇ ਹਾਂ ਨਾ, 2-2 ਘੰਟੇ ਖੜ੍ਹੇ ਰਹਿੰਦੇ, ਗੱਲਾਂ ਬਾਤਾਂ ਕਰਦੇ ਰਹਿੰਦੇ, ਤੇ ਜੇ ਸੰਗਤ ਵਿੱਚ ਜਾ ਕੇ ਖੜਾਂਗੇ, ਨਾਲੇ ਬਾਣੀ ਪੜ੍ਹੀ ਜਾਏਗੀ, ਨਾਲੇ ਸੰਗਤ ਹੋ ਜਾਏਗੀ, ਤੇ ਨਾਲੇ ਆਪਣੀ ਵਾਰੀ ਤੇ ਦਰਸ਼ਨ ਵੀ ਹੋ ਜਾਣਗੇ ਔਰ ਗੁਰੂ ਸਾਹਿਬ ਵੀ ਪ੍ਰਸੰਨ ਹੋ ਜਾਣਗੇ। ਪਰ ਜੇ ਆਪਾਂ ਜਾ ਕੇ ਉੱਥੇ ਵੀ ਮਰਿਆਦਾ ਨਾ ਮੰਨੀ, ਹੁਕਮ ਨਾ ਮੰਨਿਆ, ਗੱਲ ਤੇ ਗੁਰਮੁਖੋ ਹੁਕਮ ਮੰਨਣ ਦੀ ਹੈ ਨਾ, ਉੱਥੇ ਜਾ ਕੇ ਵੀ ਹੁਕਮ ਅਦੂਲੀ ਕਰੀਦੀ ਹੈ। ਹੁਕਮ ਮੋੜੀਦਾ ਵੀ ਕਿਸੇ ਚੋਰ ਰਸਤਿਓਂ ਅੰਦਰ ਚਲੇ ਜਾਈਏ, ਕਿਸੇ ਦੀ ਸਿਫਾਰਿਸ਼ ਪਾ ਕੇ ਅੰਦਰ ਚਲੇ ਜਾਈਏ, ਜਾਂ ਸੰਗਤ ਵਿੱਚ ਧੱਕਾ ਮੁੱਕੀ ਕਰਕੇ ਉੱਧਰੋਂ ਜਿੱਧਰੋਂ ਵੀ ਕਿਤੇ ਉਹ ਰਸਤਾ ਮਿਲੇ ਛੇਤੀ ਨਾਲ ਭੱਜ ਕੇ ਅੰਦਰ ਚਲੇ ਜਾਈਏ। ਇਸ ਤਰ੍ਹਾਂ ਦੇ ਦਰਸ਼ਨ ਕਰਨ ਦਾ ਵੱਡਾ ਲਾਭ ਨਹੀਂ ਮਿਲੇਗਾ। ਸਤਿਗੁਰੂ ਹਾਜ਼ਰੀ ਪ੍ਰਵਾਨ ਨਹੀਂ ਕਰਨਗੇ ਕਿ ਇਹ ਵਿਅਕਤੀ ਜਿਹੜਾ ਹੈ ਭਾਵਨਾ ਦੇ ਨਾਲ ਨਹੀਂ, ਚਤੁਰਾਈ ਦੇ ਨਾਲ ਆਇਆ ਹੈ। ਇਸ ਕਰਕੇ ਜਦੋਂ ਉਸ ਸਥਾਨ ਦੇ ਦਰਸ਼ਨ ਕਰਨ ਜਾਈਏ, ਭਾਵਨਾ ਦੇ ਨਾਲ ਇਸ਼ਨਾਨ ਪਾਨ ਕਰੀਏ, ਬਾਣੀ ਪੜ੍ਹੀਏ, ਔਰ ਜਿਸ ਤਰ੍ਹਾਂ ਸਮਾਂ ਮਿਲੇ, ਵਾਰੀ ਮਿਲੇ, ਆਪਣੀ ਵਾਰੀ ਵਿੱਚ ਲਾ ਕੇ ਦਰਸ਼ਨ ਕਰੀਏ, ਤਾਂ ਕਿ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣ। ਮਹਾ ਨਿਰਮਲ ਚਾਰਾ, ਇਹ ਸਾਰਿਆਂ ਤੋਂ ਨਿਰਮਲ ਕਰਤੱਵ ਹੈ ਜੋ ਗੁਰੂ ਸਥਾਨ ਦੇ ਦਰਸ਼ਨ ਕਰਨੇ ਹਨ। ਪਤਿਤ ਪਾਵਨ ਬਿਰਧ ਸੁਆਮੀ, ਨਾਨਕ ਸ਼ਬਦ ਆਧਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਪਰਮੇਸ਼ਰ ਪਤਿਤ ਪਾਵਨ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਅਤੇ ਉਹਦਾ ਬਿਰਧ ਹੈ ਪਾਪੀਆਂ ਨੂੰ ਪਵਿੱਤਰ ਕਰ ਦੇਣਾ। ਨਾਨਕ ਸ਼ਬਦ ਆਧਾਰਾ, ਗੁਰਮੁਖ ਉਹਦੇ ਉਪਦੇਸ਼ ਦੇ ਨਾਮ ਦਾ ਆਸਰਾ ਲੈਂਦੇ ਹਨ। ਨਿਦਾਨ ਮੇਰਾ ਪ੍ਰਭ ਕਰਤਾ, ਉਹ ਕਰਤਾ ਅਕਾਲ ਪੁਰਖ, ਗੁਣਾਂ ਦਾ ਖਜ਼ਾਨਾ ਹੈ। ਉਸਤਤ ਕੌਣ ਕਰੀ ਜਾ, ਉਹਦੀ ਕਿਹੜੀ ਕਿਹੜੀ ਉਪਮਾ ਕਹਿ ਕੇ, ਕਿਹੜਾ ਕਿਹੜਾ ਉਸਦਾ ਜੋ ਗੁਣ ਹੈ ਉਹ ਕਹਿ ਕੇ ਦੱਸਣਾ ਕਰੀਏ। ਸੰਤਾਂ ਕੀ ਬੇਨੰਤੀ ਸੁਆਮੀ, ਐ ਸੁਆਮੀ ਸਾਡੀ ਬੇਨਤੀ ਤੇਰੇ ਚਰਨਾਂ ਵਿੱਚ ਹੈ। ਨਾਮ ਮਹਾਰਸ ਦੀਜੈ ਰਾਮ, ਆਪਣੇ ਕੋਲੋਂ ਨਾਮ ਦਾ ਮਹਾਰਸ ਬਖਸ਼ਿਸ਼ ਕਰੋ। ਜੋ ਨਾਮ ਦਾ ਰਸ ਹੈ ਸਤਿਗੁਰੂ ਦੇਣਾ ਕਰੋ। ਨਾਮ ਦੀਜੇ ਦਾਨ ਕੀਜੈ, ਸਤਿਗੁਰੂ ਜੀ ਨਾਮ ਦਾ ਹੀ ਦਾਨ ਕਰੋ, ਦਾਨ ਕਰੋ ਪਰ ਨਾਮ ਦਾ, ਪਰ ਕੇਵਲ ਦਾਨ ਹੀ ਕਰ ਦਿਓ ਨਾਮ। ਗੁਰਮੁਖੋ ਦਾਨ ਇਹ ਹੁੰਦਾ, ਜਿਹੜੀ ਵਸਤੂ ਆਪਾਂ ਦਾਨ ਕਰ ਦਈਏ ਉਹਨੂੰ ਆਪਾਂ ਵਾਪਸ ਨਹੀਂ ਲੈ ਸਕਦੇ। ਜੇ ਵਾਪਸ ਲੈ ਲਈ ਤੇ ਉਹ ਦਾਨ ਨਹੀਂ ਹੈ। ਦਾਨ ਜਿਹਨੂੰ ਦੇ ਦਿੱਤਾ ਉਹ ਉਹਦਾ ਹੀ ਹੋ ਜਾਂਦਾ ਹੈ। ਤਾਂ ਹੀ ਬਚਨ ਕੀਤਾ, ਨਾਮ ਦੀਜੈ, ਮਹਾਰਾਜ ਨਾਮ ਦੇ ਦਿਓ। ਕਿਵੇਂ ਦੇ ਦਿਓ? ਦਾਨ ਕੀਜੈ, ਮਹਾਰਾਜ ਦਾਨ ਹੀ ਕਰ ਦਿਓ। ਭਾਵ ਇਹ ਆ ਵੀ ਮੈਨੂੰ ਦੇ ਦਿੱਤਾ, ਫਿਰ ਤੁਸੀਂ ਵਾਪਸ ਨਹੀਂ ਲੈਣਾ ਹੈ। ਨਾਮ ਦਾ ਦਾਨ ਦਿਓ ਜਿਹੜਾ ਸਦਾ ਵਾਸਤੇ ਮੇਰਾ ਹੀ ਹੋ ਜਾਵੇ, ਕਿਉਂਕਿ ਦਾਨ ਜਿਹਨੂੰ ਦਈਏ ਉਹਦਾ ਹੀ ਹੋ ਜਾਂਦਾ ਹੈ। ਮੈਨੂੰ ਨਾਮ ਦਾ ਦਾਨ ਦਿਓ ਤਾਂ ਕਰਕੇ ਉਹ ਨਾਮ ਸਦਾ ਵਾਸਤੇ ਮੇਰਾ ਹੋ ਜਾਵੇ। ਵਿਸਰ ਨਾਹੀ ਇੱਕ ਖਿਨੋ, ਇੱਕ ਖਿਣ ਸਮਾਂ ਵੀ ਮੈਨੂੰ ਭੁੱਲੋ ਨਾ, ਐਸਾ ਨਾਮ ਦੇਣਾ ਕਰੋ। ਗੁਣ ਗੋਪਾਲ ਉੱਚ ਰਸਨਾ, ਮੇਰੀ ਜ਼ੁਬਾਨ ਆਪ ਜੀ ਦੇ ਗੁਣਾਂ ਨੂੰ ਗਾਉਂਦੀ ਰਹੇ। ਰਾਗ ਗਾਈਏ ਅਨ ਦਿਨੋ ਦਿਨੇ ਰਾਤ ਤੇਰੇ ਜਸ ਨੂੰ ਗਾਉਣਾ ਕਰੀਏ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਜਿਨ੍ਹਾਂ ਦੀ ਨਾਮ ਦੇ ਨਾਲ ਪ੍ਰੀਤੀ ਲੱਗੀ ਹੈ, ਜਿਨ੍ਹਾਂ ਦਾ ਨਾਮ ਦੇ ਨਾਲ ਪ੍ਰੇਮ ਲੱਗਾ ਹੈ, ਮਨ ਤਨ ਅੰਮ੍ਰਿਤ ਭੀਜੈ, ਉਹਨਾਂ ਦਾ ਮਨ, ਉਹਨਾਂ ਦਾ ਤਨ ਅੰਮ੍ਰਿਤ ਨਾਮ ਦੇ ਵਿੱਚ ਭਿੱਜ ਜਾਂਦਾ ਹੈ। ਐਸੀਆਂ ਦਾਤਾਂ ਮਿਲਦੀਆਂ ਹਨ। ਬਿਨਵੰਤ ਨਾਨਕ ਇੱਛ ਪੁੰਨੀ, ਗੁਰੂ ਅਰਜਨ ਦੇ ਪਾਤਸ਼ਾਹ ਬਚਨ ਕਰਦੇ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀਆਂ ਗੁਰਮੁਖੋ ਇੱਛਾ ਪੂਰੀਆਂ ਹੁੰਦੀਆਂ ਹਨ। ਵੇਖ ਦਰਸ਼ਨ ਜੀਜੈ, ਸਤਿਗੁਰੂ ਜੀ ਆਪਣੇ ਦਰਸ਼ਨ ਬਖਸ਼ਿਸ਼ ਕਰੋ, ਜਿਨ੍ਹਾਂ ਦਰਸ਼ਨਾਂ ਨੂੰ ਕਰਕੇ ਮੇਰਾ ਜਿਉਣਾ ਹੋ ਜਾਵੇ, ਮੈਂ ਸਦਾ ਵਾਸਤੇ ਆਤਮਿਕ ਜੀਵਨ ਜਿਉਂਦਾ ਰਵਾਂ, ਐਸੀ ਮੈਨੂੰ ਦਾਤ ਬਖਸ਼ਿਸ਼ ਕਰੋ। ਬਿਨਵੰਤ ਨਾਨਕ, ਬਿਨਵੰਤ ਤੋਂ ਭਾਵ ਹੁੰਦਾ ਬੇਨਤੀ ਕਰਨੀ, ਉਚਾਰਨ ਕਰਨਾ, ਕਹਿਣਾ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਇੱਛ ਪੁੰਨੀ, ਪੇਖ ਦਰਸ਼ਨ, ਜਿਨ੍ਹਾਂ ਨੇ ਤੇਰੇ ਦਰਸ਼ਨ ਕਰ ਲਏ ਉਹਨਾਂ ਦੀਆਂ ਇੱਛਾ ਪੂਰੀਆਂ ਹੋ ਗਈਆਂ। ਐਸੇ ਗੁਰਮੁਖ ਦਰਸ਼ਨ ਦੇਖ ਕੇ ਜਿਉਂਦੇ ਹਨ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਐਸੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ, ਬਿਨਵੰਤ ਨਾਨਕ ਇੱਛ ਪੁੰਨੀ, ਭੇਖ ਦਰਸ਼ਨ ਜੀਜੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ